ਸਤਨਾਮ ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਡੰਡੌਤ ਬੰਦਨ ਅਨਿਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਪੌੜੀ। ਦਾਨ ਮਹਿੰਦਾ ਤਲੀ ਖਾਕ, ਜੇ ਮਿਲੈ ਤਾਂ ਮਸਤਕ ਲਾਈਐ। ਕੂੜਾ ਲਾਲਚ ਛੱਡੀਐ, ਹੋਏ ਇੱਕ ਮਨ ਅਲਖ ਧਿਆਈਐ। ਫਲ ਤੇਵੇ ਹੋ ਪਾਈਐ, ਜਿਵੇਂ ਹੀ ਕਾਰ ਕਮਾਈਐ। ਫਲ ਤਿਵੇਂ ਹੋ ਪਾਈਐ, ਜਿਵੇਂ ਹੀ ਕਾਰ ਕਮਾਈਐ। ਜੇ ਹੋਵੈ ਪੂਰਬ ਲਿਖਿਆ, ਤਾ ਧੂੜ ਤਿਨਾਂ ਦੀ ਪਾਈਐ। ਮਤ ਥੋੜੀ ਸੇਵ ਗਵਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਮਿਹਰਾਮਤ ਦਾ ਸਦਕਾ ਚੱਲ ਰਹੀ ਲੜੀਵਾਰ ਆਸਾ ਕੀ ਵਾਰ ਦੀ ਜੋ ਕਥਾ ਵਿਚਾਰ ਹੈ, ਇਸ ਅੰਮ੍ਰਿਤ ਬਾਣੀ ਦੇ 10ਵੀਂ ਪੌੜੀ ਨਾਲ ਜੋ 2 ਸ਼ਲੋਕ ਸਤਿਗੁਰਾਂ ਨੇ ਦਰਜ ਕੀਤੇ ਨੇ, ਇਹਨਾਂ 2 ਸ਼ਲੋਕਾਂ ਦੀ ਵਿਚਾਰ ਪਿਛਲੇ ਦਿਨਾਂ ਤੋਂ ਆਪ ਜੀ ਨਿਰੰਤਰ ਸਰਵਣ ਕਰ ਰਹੇ ਹੋ। ਇਹਨਾਂ ਸ਼ਲੋਕਾਂ ਦੇ ਨਾਲ ਜੋ ਪੌੜੀ ਹੈ, ਇਹ ਉਲਟਾ ਸ਼ਲੋਕਾਂ ਦੀ ਹੀ ਲੜੀ ਦੀ ਵਿਚਾਰ ਕਹਿ ਸਕਨੇ ਹਾਂ। ਕੈਸੇ ਢੁਕਵੇਂ ਸ਼ਲੋਕ ਹਜ਼ੂਰ ਨੇ ਇਸ ਪੌੜੀ ਨਾਲ ਦਰਜ ਕੀਤੇ, ਥੋੜੀ ਜਿਹੀ ਲੜੀ ਆਪਾਂ ਬਣਾ ਕੇ ਦੇਖੀਏ। ਜਦੋਂ ਪਹਿਲਾ ਸ਼ਲੋਕ ਆਪਾਂ ਵਿਚਾਰਿਆ ਸੀ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੰਮ੍ਰਿਤ ਬੋਲ ਕਿ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣਹਾਰ। ਅਰਥ ਵਿਚਾਰ ਵਿਆਖਿਆ ਆਪਾਂ ਕਰ ਚੁੱਕੇ ਹਾਂ, ਪਰ ਫਿਰ ਵੀ ਲੜੀ ਬਣਾਉਣ ਦੇ ਲਈ ਹਜ਼ੂਰ ਨੇ ਸ਼ਬਦ ਵਰਤੇ ਸਨ। ਰਾਜਾ, ਪਰਜਾ, ਮਹਿਲ, ਮਾੜੀਆਂ, ਕੱਪੜੇ, ਗਹਿਣੇ, ਸਰੀਰ, ਸਰੀਰਕ ਰਿਸ਼ਤੇ, ਸੰਸਾਰ ਦੇ ਸੰਬੰਧ, ਹਰ ਚੀਜ਼ ਕੂੜੀ ਹੈ। ਪਰ ਨਾਲ ਸ਼ਬਦ ਕਿਹਾ, ਹੈਰਾਨਗੀ ਦੀ ਗੱਲ ਇਹ ਕਿ ਕੂੜ ਨੂੰ ਪਿਆਰ ਕਰ ਰਿਹਾ ਹੈ। ਤੇ ਉਸ ਦਿਨ ਅਰਜ਼ਦਾਸ ਨੇ ਕੀਤੀ ਸੀ, ਸਰੀਰ ਝੂਠਾ ਹੈ ਤੇ ਝੂਠੇ ਪਦਾਰਥਾਂ ਦੇ ਵਿੱਚ ਹੀ ਖਚਤ ਹੈ। ਤੇ ਸਾਹਿਬ ਨੇ ਕਿਹਾ, ਇਸ ਕੂੜ ਨੇ ਇੰਨਾ ਕੁ ਜ਼ੋਰ ਪਾਇਆ, ਕੂੜੈ ਨਿਉ ਲੱਗਾ ਵਿਸਰਿਆ ਕਰਤਾਰ। ਕੂੜ ਦਾ ਕੂੜ ਨਾਲ ਮੁਹੱਬਤ ਪਿਆਰ ਬਣ ਗਿਆ, ਕਰਤਾਰ ਦੀ ਪਰਮਾਤਮਾ ਦੀ ਯਾਦ ਵਿਸਰ ਗਈ। ਫਿਰ ਅਖੀਰ ਤੇ ਮਹਾਰਾਜ ਜੀ ਨੇ ਸਿਰਫ ਲੜੀ ਬਣਾਉਣ ਲਈ ਪੌੜੀ ਦੇ ਅਰਥ ਕਿਵੇਂ ਟੁਕਣਗੇ,
ਪਹਿਲੇ ਸ਼ਲੋਕ ਦੇ ਅੰਤ ਵਿੱਚ ਇਹ ਸ਼ਬਦ ਕਹੇ ਸਨ ਕਿ ਅੱਜ ਬੰਦੇ ਨੂੰ ਕੂੜ ਤੋਂ ਵਰਜੀਏ। ਉਹ ਅੰਦਰੋਂ ਮਹਿਸੂਸ ਕਰਦਾ ਹੈ, ਕਿਉਂਕਿ ਉਹ ਖਚਿਤ ਇੰਨਾ ਹੈ, ਉਸ ਨੂੰ ਇਹ ਕੂੜ ਮਿੱਠਾ ਲੱਗਦਾ ਹੈ। ਤੇ ਕਿੰਨਾ ਕੁ ਮਿੱਠਾ ਲੱਗਦਾ ਹੈ। ਮਹਾਰਾਜ ਜੀ ਨੇ ਕਿਹਾ ਜਿਵੇਂ ਮਾਖਿਓਂ ਸ਼ਹਿਦ ਮਿੱਠਾ ਹੈ। ਅਸੀਂ ਦਾਤਾਰ ਦੇ ਬਚਨ ਪੜ੍ਹਦੇ ਹਾਂ, ਕੂੜ ਮਿੱਠਾ ਕੂੜ ਮਾਖਿਓਂ, ਕੂੜ ਡੋਬੈ ਪੂਰ। ਪੂਰਾਂ ਦੇ ਪੂਰ ਡੋਬ ਦਿੱਤੇ, ਜਿਨ੍ਹਾਂ ਨੇ ਕੂੜ ਨੂੰ ਮਾਖਿਓਂ ਦੀ ਤਰ੍ਹਾਂ ਸ਼ਹਿਦ ਦੀ ਤਰ੍ਹਾਂ ਜਾਣ ਕੇ ਚੱਖਿਆ, ਧਾਰਨ ਕੀਤਾ। ਕੂੜ ਮਿੱਠਾ ਕੂੜ ਮਾਖਿਓਂ, ਕੂੜ ਡੋਬੈ ਪੂਰ। ਤੇ ਅੰਤਲੀ ਤੁਕ ਧਿਆਨ ਨਾਲ ਸੁਣਿਓ। ਨਾਨਕ ਵਖਾਣੈ ਬੇਨਤੀ ਤੁਧ ਬਾਜ ਕੂੜੋ ਕੂੜ। ਤੇਰੇ ਤੋਂ ਬਿਨਾਂ ਹਰ ਚੀਜ਼ ਝੂਠੀ ਹੈ, ਇਹ ਕੂੜ ਹੈ। ਹੁਣ ਉਸ ਕੂੜ ਦੇ ਵਿਪਰੀਤ ਹੈ, ਉਹ ਹੈ ਸੱਚ। ਉਹ ਸੱਚ ਕਿਵੇਂ ਮਿਲੇ, ਉਹ ਸੱਚ ਨੂੰ ਕਿਵੇਂ ਪਾਇਆ ਜਾ ਸਕਦਾ ਹੈ, ਉਸ ਸੰਬੰਧ ਵਿੱਚ ਸਤਿਗੁਰੂ ਨੇ ਦੇਖੋ ਲੜੀ ਜੋੜੀ ਕਿ ਤੁਧ ਬਾਜ ਕੂੜੋ ਕੂੜ। ਤੁਧ ਜਿਹੜਾ ਲਫ਼ਜ਼ ਹੈ ਉਹ ਸੱਚ ਹੈ। ਤੁਧ ਅਸਲ 'ਚ ਪਰਮਾਤਮਾ ਦਾ ਵਾਚਕ ਹੈ। ਹੁਣ ਜਿਹੜਾ ਉਹ ਤੁਧ ਹੈ, ਉਹਨੂੰ ਸਤਿਗੁਰੂ ਨੇ ਅਗਲੇ ਸ਼ਲੋਕ 'ਚ ਸੱਚ ਸ਼ਬਦ ਨਾਲ ਵਿਆਖਿਆ ਕੀਤੀ। ਉੱਥੇ ਮਹਾਰਾਜ ਜੀ ਨੇ ਪਹਿਲਾ ਬਚਨ ਕਿਹਾ, ਸੱਚ ਤਾਂ ਪਰ ਜਾਣੀਏ ਜਾਂ ਹਿਰਦੈ ਸੱਚਾ ਹੋਏ, ਕੂੜ ਕੀ ਮਲ ਉਤਰੈ ਤਨ ਕਰੈ ਹੱਛਾ ਧੋਏ। ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ, ਨਾਉ ਸੁਣ ਮਨ ਰਹੈਸੀਐ ਤਾਂ ਪਾਏ ਮੋਖ ਦੁਆਰ। ਉਸ ਸੱਚ ਦੀ ਗੱਲ ਕਰਦੇ ਹਾਂ। ਕੂੜ ਦੇ ਵਿਪਰੀਤ ਸੱਚ ਤਾਂ ਪੈਦਾ ਹੋਵੇਗਾ ਜੇ ਸੱਚ ਨੂੰ ਪਿਆਰ ਹੋਵੇਗਾ, ਸੱਚ ਨੂੰ ਅੰਦਰ ਵਸਾਂਗੇ। ਫਿਰ ਉਸ ਦੂਜੇ ਸ਼ਲੋਕ ਦੀ ਲੜੀ ਧਿਆਨ ਨਾਲ ਸੁਣੋ। ਪਹਿਲੇ ਦੀ ਅੰਤਲੀ ਤੁਕ ਸੀ ਕਿ ਨਾਨਕ ਵਖਾਣੈ ਬੇਨਤੀ ਤੁਧ ਬਾਜ ਕੂੜੋ ਕੂੜ। ਅਗਲੇ ਸ਼ਲੋਕ 'ਚ ਮਹਾਰਾਜ ਜੀ ਦੇ ਅੰਤਲੇ ਬਚਨ ਨੇ ਕਿ ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੈ ਨਿਵਾਸ, ਸਤ ਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੈ ਨਿਵਾਸ। ਸੱਚ ਸਭ ਨਾ ਹੋਏ ਦਾਰੂ। ਇਹ ਇਲਾਜ, ਇਹ ਦਵਾਈ ਸਿਰਫ ਸੱਚ ਹੈ ਸਾਰੀਆਂ ਚੀਜ਼ਾਂ ਦੀ। ਸੱਚ ਸਭ ਨਾ ਹੋਏ ਦਾਰੂ, ਪਾਪ ਕੱਢੈ ਧੋਏ। ਤੇ ਮਹਾਰਾਜ ਜੀ ਦੀ ਅਗਲੀ ਤੁਕ ਦੇਖੋ, ਨਾਨਕ ਵਖਾਣੈ ਬੇਨਤੀ ਜਿਨ ਸੱਚ ਪੱਲੇ ਹੋਏ। ਮੈਂ ਲੜੀ ਜੋੜਨ ਲਈ ਸ਼ਬਦ ਵਰਤਿਆ ਹੈ। ਸਤਿਗੁਰੂ ਜੀ ਕਹਿੰਦੇ ਨੇ ਵਖਾਣੇ ਦਾ ਅਰਥ ਹੈ ਬੋਲਣਾ ਪਿਆ। ਹਾਲਾਂਕਿ ਕੁਝ ਟੀਕਾਕਾਰਾਂ ਨੇ ਅਰਥ ਆਪਣੇ ਢੰਗ ਨਾ ਕੀਤੇ, ਸਭ ਸਤਿਕਾਰਯੋਗ ਨੇ। ਪਰ ਜੇ ਲੜੀ ਬਣਾਈਏ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਵਖਾਣੈ ਬੇਨਤੀ, ਮੈਂ ਇੱਕ ਬੇਨਤੀ ਕਰ ਰਿਹਾ ਜਿਨ ਸੱਚ ਪੱਲੇ ਹੋਏ। ਕਿਹਨਾਂ ਕੋਲ? ਜਿਨ੍ਹਾਂ ਦੇ ਪੱਲੇ ਸੱਚ ਹੈ, ਜਿਨ੍ਹਾਂ ਦੇ ਪੱਲੇ ਪਰਮਾਤਮਾ ਦਾ ਨਾਮ ਹੈ, ਜਿਹੜੇ ਸੱਚ ਨੂੰ ਪਿਆਰ ਕਰਦੇ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਸੱਚ ਹੈ। ਨਾਨਕ ਵਖਾਣੈ ਬੇਨਤੀ ਜਿਨ ਸੱਚ ਪੱਲੇ ਹੋਏ। ਉਹ ਕੀ ਬੇਨਤੀ ਹੈ, ਕਿਹੜੀ ਵਖਿਆਨ ਦੇ ਪੈ ਨੇ ਬੇਨਤੀ? ਹੁਣ ਬੇਨਤੀ ਉਹ ਪੌੜੀ ਵਿੱਚ ਹੈ। ਉਹ ਬੇਨਤੀ ਹੈ ਪੌੜੀ, ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਏ। ਇਹ ਹੈ ਬੇਨਤੀ ਉਹਨਾਂ ਰੰਗ ਰਤੜੀਆਂ ਰੂਹਾਂ ਲਈ ਜਿਨ੍ਹਾਂ ਕੋਲ ਪਰਮਾਤਮਾ ਦੇ ਨਾਮ ਦਾ ਸੱਚ ਹੈ, ਜਿਨ੍ਹਾਂ ਦੇ ਅੰਦਰ ਆਦ ਸੱਚ ਦਾ ਨਿਵਾਸ ਹੈ, ਜਿਨ੍ਹਾਂ ਦੇ ਅੰਦਰ ਅਬਦਲ ਅਬਨਾਸ਼ੀ ਅਚਲ ਅਟਲ ਸਦੀਵ ਰਹਿਣ ਵਾਲਾ, ਜਿਨ੍ਹਾਂ ਅੰਦਰ ਉਹ ਸੱਚ ਹੈ। ਮਹਾਰਾਜ ਕਹਿੰਦੇ ਉਹਨਾਂ ਕੋਲ ਮੇਰੀ ਇੱਕ ਬੇਨਤੀ ਹੈ। ਇਸ ਬੇਨਤੀ ਵਿੱਚ ਮੰਗਿਆ ਕਿ ਇੱਕ ਦਾਨ ਮੰਗਿਆ। ਪਹਿਲੀ ਬੇਨਤੀ ਤੇ ਦਾਸ ਦਾਨ ਲਫ਼ਜ਼ ਦੇ ਸੰਬੰਧ ਵਿੱਚ ਅਰਜ਼ ਕਰਨੀ ਚਾਹੇਗਾ। ਭਾਵਾਂ ਅਸੀਂ ਇਹਨੂੰ ਵਿਚਾਰ ਕੇ ਵੀ ਆਏ ਹਾਂ ਕਿ ਦਇਆ ਜਾਣੇ ਦੀ ਜੀ ਕੀ ਕੁਛ ਕਿਛ ਪੁੰਨ ਦਾਨ ਕਰੇ। ਹੁਣ ਇਹਦੇ 'ਚ ਦਾਨ ਕੀ ਮੰਗੇ? ਦਾਨ ਮਹਿੰਡਾ ਮੇਰੇ ਲਈ, ਤਲੀ ਖਾਕ, ਤਲੀ ਦਾ ਅਰਥ ਕਰ ਲਈਏ ਚਰਨਾਂ ਦੀਆਂ ਤਲੀਆਂ, ਪੈਰਾਂ ਦੀਆਂ ਤਲੀਆਂ। ਖਾਕ ਦਾ ਅਰਥ ਹੈ ਮਿੱਟੀ। ਜੇ ਮਿਲੇ ਜਿਨ੍ਹਾਂ ਪੱਲੇ ਸੱਚ ਹੈ, ਜਿਹੜੇ ਭਜਨ ਬੰਦਗੀ 'ਚ ਦਿਨ ਰਾਤ ਰਹਿੰਦੇ ਨੇ, ਜਿਹੜੇ ਜੀਓ ਨਿਰਮਲ ਬਾਹਰੋਂ ਨਿਰਮਲ ਹੈ, ਜਿਨ੍ਹਾਂ ਨੂੰ ਦਿਲੋਂ ਮੁਹੱਬਤ ਹੈ। ਮਹਾਰਾਜ ਕਹਿੰਦੇ ਨੇ ਜੇ ਉਹਨਾਂ ਮਹਾਂਪੁਰਖਾਂ ਦੇ ਦਰ 'ਤੇ ਉਹਨਾਂ ਦੇ ਕੋਲ ਮੇਰੀ ਬੇਨਤੀ ਸੁਣੀ ਜਾਏ, ਮੈਨੂੰ ਉਹਨਾਂ ਦੀਆਂ ਚਰਨਾਂ ਦੀ ਧੂੜ ਦਾਨ ਰੂਪ 'ਚ ਮਿਲ ਜਾਏ। ਦੇਖੋ ਇੱਥੇ ਲਫ਼ਜ਼ ਦਾਨ ਵਰਤਿਆ। ਦਾਨ ਮਹਿੰਡਾ ਤਲੀ ਖਾਕ, ਉਹਨਾਂ ਦੇ ਤਲੀਆਂ ਦੀ ਖਾਕ, ਉਹਨਾਂ ਦੇ ਚਰਨਾਂ ਦੀ ਧੂੜ
ਮੈਨੂੰ ਨਸੀਬ ਹੋ ਜਾਏ, ਜੇ ਮਿਲ ਜਾਏ ਤੇ ਮੈਂ ਕੀ ਕਰਾਂਗਾ, ਉਸ ਧੂੜ ਨੂੰ ਆਪਣੇ ਮਸਤਕ ਤੇ ਲਾਵਾਂਗਾ, ਆਪਣੇ ਮੱਥੇ ਤੇ ਲਾਵਾਂਗਾ। ਦਾਸ ਇਹ ਪਹਿਲਾਂ ਤਾਂ ਦਾਨ ਲਫ਼ਜ਼ ਸੰਬੰਧੀ ਅਰਜ਼ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦਾਨ ਲਫ਼ਜ਼ ਬਹੁਤ ਵਾਰੀ ਵਰਤਿਆ ਹੈ। ਉਂਝ ਠੀਕ ਹੈ, ਦਾਨ ਦੀ ਪਰਿਭਾਸ਼ਾ ਆਪਣੇ ਆਪਣੇ ਢੰਗ ਨਾਲ ਕਰਦੇ ਆ। ਮੇਰੇ ਮਨ 'ਚ ਤਾਂ ਕਈ ਵਾਰੀ ਆਉਂਦਾ, ਦਾਨ ਲਫ਼ਜ਼ ਐਸਾ ਹੈ ਕਿ ਮੰਗਣ ਵਾਲੇ ਦਾ ਹੱਕ ਨਹੀਂ। ਇਹ ਨਹੀਂ ਕਿ ਉਹਦਾ ਕੋਈ ਹੱਕ ਬਣਦਾ ਮੈਨੂੰ ਇਹ ਜ਼ਰੂਰੀ ਮਿਲੇ। ਦਾਨ ਦਾ ਅਰਥ ਕਿ ਮੰਗਣ ਵਾਲੇ ਦਾ ਹੱਕ ਨਹੀਂ। ਦਰਅਸਲ ਜਦੋਂ ਉਹ ਮੰਗ ਰਿਹਾ ਹੈ, ਉਹ ਕਹਿ ਰਿਹਾ ਹੱਕ ਮੇਰਾ ਨਹੀਂ, ਮੈਂ ਤੇਰੀ ਕਿਰਪਾਲਤਾ ਵਿੱਚੋਂ ਇਹ ਚੀਜ਼ ਮੰਗਣੀ ਚਾਹੁੰਦਾ ਹਾਂ। ਹਾਲਾਂਕਿ ਹਿੰਦੁਸਤਾਨ ਵਿੱਚ ਦਾਨ ਪੁੰਨ ਦੀ ਬੜੀ ਵੱਡੀ ਮਹਾਨਤਾ ਲੋਕਾਂ ਦੱਸੀ, ਪਰ ਦਾਸ ਨੇ ਇੱਕ ਅਰਜ਼ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸੱਚ ਇਹ ਵੇ ਪਰਮਾਤਮਾ ਦੇ ਨਾਮ ਦੇ ਤੁੱਲ ਕੋਈ ਵੀ ਦਾਨ ਨਹੀਂ। ਮੈਂ ਸਿਰਫ ਦਾਨ ਲਫ਼ਜ਼ ਸੰਬੰਧੀ ਅਰਜ਼ ਕਰਨੀ ਚਾਹੁੰਦਾ। ਅਸੀਂ ਦਾਨਦਾਰ ਤੇ ਮੈਂ ਹੱਕਦਾਰ ਨਹੀਂ। ਜੇ ਮੇਰੇ ਭਾਗ ਹੋਣ, ਜੇ ਪੂਰਬ ਹੋਵੇ ਲਿਖਿਆ, ਅੱਗੇ ਮਹਾਰਾਜ ਕਲੀਅਰ ਵੀ ਕਰਦੇ ਨੇ ਕਿ ਦਾਨ ਮਹੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਐ, ਤੇ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਏ। ਕਮਾਈ ਨਹੀਂ, ਪੂਰਬਲੀ ਬਖਸ਼ਿਸ਼ ਹੋਵੇ, ਚੰਗੇ ਕਰਮਾਂ ਦੀ ਕਿਰਪਾ ਹੋਵੇ, ਸਾਈਂ ਦੀ ਕਿਰਪਾ ਨਾਲ ਧੂੜ ਉਹਨਾਂ ਦੀ ਮਿਲਦੀ। ਮੈਂ ਅਰਜ਼ ਕੀਤੀ ਦਾਨ ਦਾ ਅਰਥ ਦੇਣ ਦੀ ਕਿਰਿਆ ਕਰ ਲਈਏ। ਦਾਨ ਹੱਕ ਨਹੀਂ ਹੁੰਦਾ। ਦਾਨ ਜਜ਼ਮਾਨ ਦੀ, ਦੇਣ ਵਾਲੇ ਦੀ, ਦਾਤੇ ਦੀ ਆਪਣੀ ਕਿਰਪਾਲਤਾ, ਆਪਣੀ ਉਹਦੀ ਬਖਸ਼ਿਸ਼ ਹੈ, ਜਿਹਨੂੰ ਮਰਜ਼ੀ ਦੇ ਦੇਵੇ। ਥੋੜ੍ਹਾ ਜਿਹਾ ਦਾਨ ਲਫ਼ਜ਼ ਸੰਬੰਧੀ ਸਭ ਤੋਂ ਪਹਿਲੀ ਗੱਲ, ਬਾਣੀ 'ਚ ਨਾਮ ਦੇ ਬਰਾਬਰ ਕੋਈ ਵੀ ਚੀਜ਼ ਨਹੀਂ। ਜਿਵੇਂ ਭਗਤ ਨਾਮਦੇਵ ਜੀ ਦਾ ਇੱਕ ਬਚਨ ਪੜ੍ਹਨੇ ਆ ਕਿ ਅਸ ਦਾਨ, ਗੱਜ ਦਾਨ, ਸੇਜਾ ਨਾਰੀ ਭੂਮ ਦਾਨ, ਐਸੋ ਦਾਨ ਨਿਤ ਨਿਤੋ ਕੀਜੈ। ਦੇਖੋ, ਘੋੜਿਆਂ ਦਾ ਦਾਨ, ਹਾਥੀਆਂ ਦਾ ਦਾਨ, ਸੋਨੇ ਦਾ ਦਾਨ, ਆਪਣੀ ਇਸਤਰੀ ਦੀ ਸੇਜ ਦਾ ਦਾਨ, ਮਤਲਬ ਉਹਦੇ ਬਰਾਬਰ ਤੋਲ ਕੇ ਸੋਨਾ ਵੀ ਕੋਈ ਦਾਨ ਕਰਦਾ। ਐਸੋ ਦਾਨ ਰੋਜ਼ ਰੋਜ਼ ਕਰੇ। ਅਸ ਦਾਨ, ਗੱਜ ਦਾਨ, ਸੇਜਾ ਨਾਰੀ ਭੂਮ ਦਾਨ, ਐਸੋ ਦਾਨ ਨਿਤ ਨਿਤੋ ਕੀਜੈ। ਆਤਮ ਜੋ ਨਰਮਾਇਲ ਕੀਜੈ, ਆਪ ਬਰਾਬਰ ਕੰਚਨ ਦੀਜੈ, ਰਾਮ ਨਾਮ ਸਰ ਤਉ ਨਾ ਪੂਜੈ। ਇੰਨਾ ਦਾਨ ਕਰ ਦੇਵੇ, ਆਪਣੇ ਬਰਾਬਰ ਤੋਲ ਕੇ ਸੋਨਾ ਵੀ ਦਾਨ ਕਰਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨਹੀਂ, ਨਾਮ ਦੇ ਬਰਾਬਰ ਕੋਈ ਵੀ ਦਾਨ ਨਹੀਂ, ਨਾਮ ਸਭ ਤੋਂ ਸ੍ਰੇਸ਼ਟ। ਅਗਲੀ ਬੇਨਤੀ ਮੈਂ ਕਰਾਂਗਾ, ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਦਾਨ ਮੰਗਿਆ ਗਿਆ, ਜਿਵੇਂ ਇੱਥੇ ਦਾਨ ਧੂੜੀ ਦਾ ਮੰਗਿਆ ਗਿਆ, ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਵੀ ਦਾਨ ਵਜੋਂ ਮੰਗਿਆ। ਜਿਵੇਂ ਅਸੀਂ ਬਾਣੀ 'ਚ ਬਚਨ ਪੜ੍ਹਨੇ ਖਾਂ ਕਿ ਖੰਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਖੈਂ ਦਾਤਾ, ਹੋ ਦਇਆਲ ਨਾਮ ਦੇਹੋ ਮੰਗਤ ਜਨ ਕੋ। ਇੱਥੇ ਮੰਗਤਾ, ਕਿਉਂਕਿ ਮੰਗਤੇ ਦਾ ਹੱਕ ਕੋਈ ਨਹੀਂ ਹੁੰਦਾ। ਮੰਗਤਾ ਤਾਂ ਸਿਰਫ ਜਜ਼ਬਾਨ ਦੇ ਤਰਸ ਦਾ ਪਾਤਰ ਹੈ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਖੈਂ ਦਾਤਾ, ਹੋ ਦਇਆਲ ਨਾਮ ਦੇਹੋ ਮੰਗਤ ਜਨ ਕੋ, ਸਦਾ ਰਹੂੰ ਰੰਗ ਰਾਤਾ। ਜਾਂ ਅਸੀਂ ਪਾਠ ਕਰਦੇ ਹਾਂ, ਇਹ ਪੜ੍ਹਨੇ ਖਾਂ ਮੰਗੂ ਰਾਮ ਤੇ ਇੱਕ ਦਾਨ, ਉੱਥੇ ਵੀ ਲਫ਼ਜ਼ ਦਾਨ ਵਰਤਿਆ, ਨਾਮ ਦੀ ਜਾਚਨਾ। ਕਮਾਲ ਦੀ ਗੱਲ, ਨਾਮ ਦਾ ਵੀ ਦਾਨ ਤੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਦਾ ਵੀ ਦਾਨ। ਮੰਗੂ ਰਾਮ ਤੇ ਇੱਕ ਦਾਨ, ਸਗਲ ਮਨੋਰਥ ਪੂਰਨ ਹੋਵੈ, ਸਿਮਰੋ ਤੁਮਰਾ ਨਾਮ। ਨਾਮ ਦੀ ਜਾਚਨਾ ਕੀਤੀ ਗਈ। ਫਿਰ ਇਸ ਤੋਂ ਅਗਲੀ ਬੇਨਤੀ, ਇਹ ਦਾਨ ਮੰਗਦਾ ਹਰ ਕੋਈ, ਦੇਣਾ ਸਾਈਂ ਦੀ ਮਰਜ਼ੀ ਤੇ ਨਿਰਭਰ ਕਰਦਾ ਹੈ। ਜ਼ਰੂਰੀ ਨਹੀਂ ਕਿ ਦਾਨ ਮੰਗਣ ਵਾਲਾ ਝੋਰੀ ਭਰ ਕੇ ਚਲਾ ਜਾਏ। ਇਹ ਤਾਂ ਦਾਤੇ ਦੇ ਹੱਥ ਵਿੱਚ ਹੈ, ਉਹਨੇ ਕਿਸ ਨੂੰ ਦਾਤ ਦੇਣੀ ਹੈ। ਇੱਕ ਵਾਰ ਦਾਸ ਨੇ ਅਰਜ਼ ਕੀਤੀ ਸੀ, ਥੋੜ੍ਹਾ ਜਿਹਾ ਮੈਂ ਦਾਨ ਲਫ਼ਜ਼ ਸੰਬੰਧੀ ਅਰਜ਼ ਕਰ ਰਿਹਾ, ਮਤ ਸਮਝਣਾ ਸ਼ਾਇਦ ਮੈਂ ਵਿਸ਼ੇ ਤੋਂ, ਪ੍ਰਕਰਨ ਤੋਂ, ਸਬਜੈਕਟ ਤੋਂ ਦੂਰ ਜਾ ਰਿਹਾ, ਨਹੀਂ। ਦਾਨ ਦਾਤੇ ਦੀ ਮਰਜ਼ੀ ਹੈ। ਸਤਿਗੁਰੂ ਨੇ ਇੱਥੇ ਦਾਨ ਮੰਗਿਆ ਚਰਨ ਧੂੜ, ਤੇ ਉਹਨਾਂ ਦੀ ਮੰਗਿਆ ਜਿਨ ਸੱਚ ਪੱਲੇ ਹੋਏ, ਜਿਨ੍ਹਾਂ ਦੇ ਕੋਲ ਸੱਚ ਹੈ। ਗੁਰੂ ਨਾਨਕ ਸਾਹਿਬ ਮਹਾਰਾਜ, ਉਹਨਾਂ ਦਾ ਇੱਕ ਬੋਲ ਹੈ, ਬਾਬਾ ਫਰੀਦ ਸਾਹਿਬ, ਉਹਨਾਂ ਦੇ ਸ਼ਲੋਕ ਦੀ ਵਿਆਖਿਆ ਹੀ ਕਹਿ ਸਕਣਾ। ਉਹਦੇ ਵਿੱਚ ਸ਼ਬਦ ਹੈ, ਬਚਨ ਹੈ ਕਿ ਪਹਿਲੇ ਪਹਿਰੇ ਫੁੱਲੜਾ, ਫਲ ਪੀ ਪੱਛਾ ਰਾਤ। ਮਨੁੱਖ ਜਦੋਂ ਰਾਤ ਦਾ ਪਹਿਲਾ ਪੈਰ ਇਬਾਦਤ ਕਰੇ, ਬੰਦਗੀ ਕਰੇ, ਇਹ ਇਸ ਤਰ੍ਹਾਂ ਹੈ ਕਿ ਜਿਵੇਂ ਖਿੜੇ ਹੋਏ ਫੁੱਲ ਨੇ, ਤੇ ਪਿਛਲ ਰਾਤ
ਉਹੀ ਬੰਦਗੀ ਦਾ ਅਸਰ ਬੋਡੀ ਵਿੱਚ ਰਹੇ। ਇਹ ਇਸ ਤਰ੍ਹਾਂ ਹੈ, ਪਿਛਰ ਰਾਤ ਅੰਮ੍ਰਿਤ ਵੇਲਾ ਜਿਵੇਂ ਪੱਕੇ ਹੋਏ ਰਸਦਾਇਕ ਫਲ ਨੇ। ਪਹਿਲੇ ਪੈਰੇ ਫੁੱਲੜਾ ਫਲ ਪੀ ਪਛਾ ਰਾਤ। ਮਹਾਰਾਜ ਕਹਿੰਦੇ ਨੇ ਜੋ ਜਗਨ ਜਿਹੜੇ ਜਾਗਦੇ ਨੇ, ਲਹਨ ਸੋ ਉਹ ਹੀ ਪ੍ਰਾਪਤ ਕਰਦੇ ਨੇ। ਸਾਈਂ ਕੰਨੋਂ ਦਾਤ, ਉਹਨਾਂ ਨੂੰ ਸਾਈਂ ਦੇ ਕੋਲੋਂ ਇਹ ਦਾਤ ਮਿਲਦੀ ਹੈ। ਮੇਰੀ ਬੇਨਤੀ ਹੈ, ਦਾਤ ਤੇ ਦਾਨ ਦਾਤਾਰ ਲਫ਼ਜ਼ ਨੇੜੇ ਨੇੜੇ ਦੇ। ਪਹਿਲੇ ਪੈਰੇ ਫੁੱਲੜਾ ਫਲ ਪੀ ਪਛਾ ਰਾਤ। ਜੋ ਜਗਨ ਲਹਨ ਸੇ ਸਾਈਂ ਕੰਨੋਂ ਦਾਤ। ਅੱਗੇ ਗੁਰੂ ਨਾਨਕ ਸਾਹਿਬ ਦਾ ਬੋਲ, ਬਾਬਾ ਜੀ ਨੇ ਸ਼ਬਦ ਵਰ ਦਿੱਤਾ ਸਾਈਂ ਕੰਨੋਂ ਦਾਤ। ਗੁਰੂ ਨਾਨਕ ਸਾਹਿਬ ਜੀ ਨੇ ਇਸ ਦਾਤ ਲਫ਼ਜ਼ ਦੀ ਵਿਆਖਿਆ ਕਰਦਿਆਂ ਕਹਿਣ ਲੱਗੇ ਦਾਤਾ ਦਾਤ ਦਿੰਦਾ ਹੈ, ਦਾਨ ਦਿੰਦਾ ਹੈ, ਇਹ ਦਾਤੇ ਦੀ ਮਰਜ਼ੀ ਹੈ। ਕੋਈ ਜ਼ਰੂਰੀ ਨਹੀਂ ਕਿ ਹਰ ਮੰਗਣ ਵਾਲੇ ਨੂੰ ਮਿਲ ਜਾਏ। ਅਗਲੇ ਬਚਨ ਨੇ ਕਿ ਦਾਤੀ ਸਾਹਿਬ ਸੰਦੀਆਂ ਕਿਆ ਚੱਲੈ ਤਿਸ ਨਾਲ। ਇੱਕ ਜਗੰਦੇ ਨਾ ਲਹਿਣ ਇੱਕ ਸੁੱਤਿਆਂ ਦੇ ਉਠਾਲ। ਇਹ ਦਾਤੇ ਦੀ ਮਰਜ਼ੀ ਕਿਸ ਨੂੰ ਦਾਨ ਦੇਣ। ਇਸੇ ਕਰਕੇ ਨਾਮ ਨੂੰ ਵੀ ਦਾਨ ਦੇ ਰੂਪ ਚ ਲਿਆ ਗਿਆ। ਖੱਕ ਕੋਈ ਨਹੀਂ, ਦਾਤਾ ਤੇਰੇ ਦਰ ਤੇ ਪੁਕਾਰ ਕਰਨਾ ਹੈ। ਤਾਂ ਹੀ ਬਾਣੀ 'ਚ ਬਚਨ ਪੜ੍ਹਨੇ ਆ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭਿਖਾਰੀ ਜੀਓ। ਭਿਖਾਰੀ ਹੋ ਕੇ ਖੈਰ ਮੰਗਣ ਆਏ ਆ, ਦਾਨ ਮੰਗਣ ਆਏ ਆ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭਿਖਾਰੀ ਜੀਓ। ਮੈਂ ਕਿਆ ਮੰਗੂ ਕਿਛ ਥਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਓ। ਦੇਖੋ ਇੱਥੇ ਦਾਨ ਮੰਗਿਆ ਨਾਮ 'ਚ। ਜੇ ਥੋੜ੍ਹਾ ਜਿਹਾ ਪ੍ਰਕਰਨ 'ਚ ਚਲੋ, ਇਹਦੇ ਨਾਲ ਧੁੱਕਦਾ ਤਾਂ ਨਹੀਂ, ਪਰ ਦਾਨ ਲਫ਼ਜ਼ ਦੀ ਵਿਆਖਿਆ ਸੰਬੰਧੀ ਮੈਂ ਇੱਕ ਅਰਜ਼ ਹੋਰ ਕਰਾਂਗਾ। ਜਦੋਂ ਅਸੀਂ ਗੁਰੂ ਚਰਨਾਂ 'ਚ ਪੰਥਕ ਅਰਦਾਸ ਕਰਨੇ ਹਾਂ, ਪੰਥਕ ਅਰਦਾਸ ਲਫ਼ਜ਼ ਕਿ ਉਹ ਅਰਦਾਸ ਜਿਹੜੀ ਰਹਿਤ ਮਰਿਆਦਾ ਵਿੱਚ ਲਿਖੀ ਗਈ ਹੈ, ਉਸ ਵਿੱਚ ਕੁਛ ਦਾਨ ਮੰਗੇ ਗਏ ਨੇ। ਹੈਰਾਨਗੀ ਦਲ ਸੂਝਵਾਨਾਂ ਨੇ ਜਦੋਂ ਅਰਦਾਸ ਦੀ ਇਬਾਰਤ ਬਣਾਈ, ਉਹਨਾਂ ਨੇ ਸਿੱਖੀ ਦੇ ਜਿਹੜੇ ਪਵਿੱਤਰ ਗੁਣ ਨੇ, ਜਿਹੜੇ ਸਿੱਖੀ ਦੀ ਬਖਸ਼ਿਸ਼ ਹੈ, ਉਹਨਾਂ ਨੂੰ ਵੀ ਖੱਕ ਦੀ ਥਾਂ ਤੇ ਗੁਰੂ ਵੱਲੋਂ ਦਿੱਤਾ ਹੋਇਆ ਦਾਨ ਹੀ ਮੰਗਿਆ। ਜਿਵੇਂ ਅਸੀਂ ਪਾਠ ਕਰਨੇ ਆ ਅਰਦਾਸ ਦਾ, ਜੋਦੜੀ ਕਰਨੇ ਆ ਕਿ ਸਿੱਖਾਂ ਨੂੰ ਸਿੱਖੀ ਦਾਨ, ਹਰ ਗੁਣ ਦੇ ਨਾਲ ਦਾਨ ਲਫ਼ਜ਼ ਜੋੜਿਆ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸ਼ਾ ਦਾਨ, ਭਰੋਸਾ ਦਾਨ। ਦੇਖੋ ਹਰ ਲਫ਼ਜ਼ ਨਾਲ ਦਾਨ ਹੈ। ਇਹਦਾ ਮਤਲਬ ਮੇਰੇ ਗੁਣ ਨਹੀਂ, ਤੁਸੀਂ ਤਰਤ ਕਰਕੇ ਮੈਨੂੰ ਸਿੱਖੀ ਦਾ ਦਾਨ ਦੇ ਦਿਓ, ਸਿੱਖੀ ਦੀ ਦਾਤ ਦੇ ਦਿਓ। ਸਿੱਖਾਂ ਨੂੰ ਸਿੱਖੀ ਦਾਨ, ਉਹਦੇ 'ਚ ਕੇਸ਼ ਦਾਨ, ਕੱਲੇ ਕੇਸ਼ ਨਹੀਂ, ਕਿਰਪਾ ਕਰਿਓ ਮੈਨੂੰ ਰਹਿਤ ਦੀ ਦਾਤ ਦਿਓ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ। ਤੇ ਫਿਰ ਅਖੀਰ ਤੇ ਕਿਹਾ ਨਾਮ ਵੀ ਇੱਕ ਪ੍ਰਭੂ ਦਾ ਦਾਨ ਹੈ। ਦਾਨਾ ਸਿਰਦਾਨ ਨਾਮ ਦਾਨ। ਖੈਰ, ਨਾਮ ਵੀ ਦਾਨ, ਬਖਸ਼ਿਸ਼ ਵੀ ਦਾਨ। ਅੱਜ ਸਤਿਗੁਰੂ ਗੁਰੂ ਨਾਨਕ ਸਾਹਿਬ ਉਹਨਾਂ ਨੇ ਸ਼ਬਦ ਵਰਤਿਆ ਕਿ ਹੇ ਪਾਰ ਬ੍ਰਹਮ ਪਰਮੇਸ਼ਵਰ, ਤੁਸੀਂ ਕਿਰਪਾ ਕਰੋ ਮੇਰੇ ਲਈ ਇੱਕ ਦਾਨ ਮੇਰੀ ਝੋਲੀ 'ਚ ਪੈ ਜਾਏ। ਉਹ ਦਾਨ ਜਿਨ ਸੱਚ ਪੱਲੇ ਹੋਏ, ਉਹ ਦਾਨ ਹੈ ਦਾਨ ਮਖਿੰਡਾ। ਮਖਿੰਡਾ ਦਾ ਅਰਥ ਮੇਰੇ ਲਈ, ਉਹ ਮੇਰੇ ਲਈ ਦਾਨ ਹੈ। ਕੀ ਜੀ? ਤਲੀ ਖਾਕ, ਮਹਾਂਪੁਰਖਾਂ ਦੇ ਚਰਨਾਂ ਦੀ ਧੂੜ, ਉਹਨਾਂ ਦੇ ਚਰਨਾਂ ਦੀ ਖਾਕ ਜੇ ਮਿਲੇ। ਇਹਦਾ ਮਤਲਬ ਕਿ ਜੇਕਰ ਕਿਤੇ ਉਹ ਮਿਲ ਜਾਏ, ਪ੍ਰਾਪਤ ਹੋ ਜਾਏ, ਤਾਂ ਕੀ ਕਰਾਂਗਾ? ਤਾਂ ਮਸਤਕ ਲਾਈਏ, ਉਹਨੂੰ ਆਪਣੇ ਮੱਥੇ ਤੇ ਲਾਵਾਂ। ਇਹ ਥੋੜ੍ਹਾ ਜਿਹਾ ਅਸੀਂ ਬਾਣੀ 'ਚੋਂ ਕੋਖ ਲਈਏ। ਗੁਰੂ ਗ੍ਰੰਥ ਸਾਹਿਬ 'ਚ ਚਰਨ ਧੂੜ, ਚਰਨ ਰੱਜ, ਚਰਨ ਖਾਕ ਜਾਂ ਪਾ ਖਾਕ ਲਫ਼ਜ਼ ਜਿਹੜੇ ਨੇ, ਪਾ ਖਾਕ, ਚਰਨਾਂ ਦੀ ਖਾਕ, ਉਹਦਾ ਬੜਾ ਜ਼ਿਕਰ ਕੀਤਾ ਜਾਂਦਾ। ਉਂਝ ਵੈਸੇ ਕਈ ਸੂਝਵਾਨ ਇਹਦੇ ਅਰਥ ਇਹ ਕਰਦੇ ਆ ਜੀ ਕਿ ਨਿਮਰਤਾ ਦਾ ਸੂਚਕ ਹੈ, ਕਿ ਚਰਨ ਧੂੜ ਇਹ ਨਿਮਰਤਾ ਦੀ, ਅੰਦਰ ਦੀ ਗਰੀਬੀ ਦੀ, ਅੰਦਰ ਦੀ ਹਲੀਮੀ ਦੀ ਸੂਚਕ ਹੈ। ਕਈਆਂ ਨੇ ਇਹ ਵੀ ਅਰਥ ਕੀਤੇ ਆ ਜੀ, ਚਰਨ ਧੂੜ ਦਾ ਅਰਥ ਹੈ ਮਹਾਂਪੁਰਖਾਂ ਦੇ ਬਚਨ ਨੂੰ ਮੰਨਣਾ। ਕੋਈ ਸ਼ੱਕ ਨਹੀਂ, ਪਰ ਇੱਕ ਬੇਨਤੀ ਕਰਾਂਗਾ, ਦੋ ਚੀਜ਼ਾਂ ਨੇ, ਇੱਕ ਹੈ ਅੰਸ਼ ਤੇ ਇੱਕ ਹੈ ਅੰਸ਼ੀ। ਫਿਰ ਸੁਣਿਓ, ਅੰਸ਼ੀ ਔਰ ਅੰਸ਼,
ਅੰਸ਼ੀ ਦਾ ਅਰਥ ਹੈ ਮੂਲ ਤੱਤ, ਤੇ ਅੰਸ਼ ਦਾ ਅਰਥ ਹੈ ਉਸ ਮੂਲ ਤੱਤ ਦੇ ਵਿੱਚੋਂ ਨਿਕਲੀ ਕੋਈ ਕਿਰਪਾ। ਕਿਰਪਾ ਲਫ਼ਜ਼ ਵਰਤ ਲਈਏ। ਜਦੋਂ ਕੋਈ ਪਰਮਾਤਮਾ ਦੀ ਬੰਦਗੀ ਕਰਦਾ ਹੈ, ਉਹਦਾ ਸਰੀਰ ਇੰਨਾ ਕੁ ਪਵਿੱਤਰ ਹੋ ਜਾਂਦਾ। ਮੈਂ ਦੇਖੋ ਲਫ਼ਜ਼ ਵਰਤਣ ਲੱਗਾ, ਇਹਨੂੰ ਸਰੀਰ ਦੀ ਪੂਜਾ ਜਾਂ ਕਿਸੇ ਪਖੰਡੀ ਦੇ ਸਰੀਰ ਨਾਲ ਤੁਲਨਾ ਮਤ ਕਰਨਾ। ਇੱਕ ਗੱਲ ਬੜੀ ਸਪਸ਼ਟ ਹੈ, ਇਹ ਆਦਿ ਕਾਲ ਤੋਂ ਜਿਹੜੇ ਸਦ ਗੁਣ ਨੇ, ਸ਼ੁਭ ਗੁਣ ਨੇ, ਜਿਨ੍ਹਾਂ ਵਿੱਚ ਸਚਾਈ ਸੀ, ਹਕੀਕਤ ਇਹ ਉਹਦੇ ਨਾਂ ਉੱਤੇ ਭੇਖ ਵੀ ਰੱਜ ਕੇ ਚੱਲਿਆ। ਕਈ ਵਾਰੀ ਭੇਖ ਇੰਨਾ ਕੁ ਜ਼ਿਆਦਾ ਚੱਲਦਾ ਹੈ, ਭੇਖ ਇੰਨਾ ਕੁ ਜ਼ਿਆਦਾ ਹੋ ਜਾਂਦਾ ਹੈ, ਲੋਕ ਸੱਚੇ ਗੁਣ ਤੋਂ ਇਨਕਾਰੀ ਹੋ ਜਾਂਦੇ ਨੇ। ਕਿਉਂਕਿ ਜਦੋਂ ਝੂਠ ਦਾ ਬੋਲ ਬਾਲਾ ਸੱਚ ਦੇ ਥੱਲੇ ਹੋ ਜਾਏ, ਉਦੋਂ ਲੋਕ ਸੱਚ ਨੂੰ ਹੀ ਮੰਨਣ ਤੋਂ ਇਨਕਾਰ ਕਰਨ ਲੱਗ ਪੈਂਦੇ। ਜਿਵੇਂ ਬੰਦਗੀ ਦੇ ਬਾਰੇ ਗੁਰਬਾਣੀ 'ਚ ਨਾਮ ਦਾ ਬੜਾ ਜ਼ਿਕਰ, ਸਿਮਰਨ ਨਾਮ, ਆਰਾਧਨਾ, ਭਗਤੀ। ਉਸ ਪਰਮਾਤਮਾ ਦੇ ਨਾਮ ਦੇ ਥੱਲੇ ਭੇਖੀ ਲੋਕ, ਕਪਟੀ ਲੋਕ, ਪਖੰਡੀ ਲੋਕ, ਪਰਪੰਚੀ ਲੋਕ ਸਹਾਰਾ ਨਾਮ ਦਾ ਲੈਂਦੇ ਨੇ, ਅੰਦਰ ਦੀ ਕਰੂਰਤਾ, ਅੰਦਰ ਦੀ ਮੈਲ ਛੱਡਣ ਨੂੰ ਤਿਆਰ ਨੇ। ਇਹੀ ਕਾਰਨ ਕਿ ਜਦੋਂ ਬਹੁ ਗਿਣਤੀ ਵਿੱਚ, ਬਹੁਤ ਸਾਰੀ ਗਿਣਤੀ ਵਿੱਚ ਕਿਤੇ ਭੇਖੀ ਪਖੰਡੀ ਪੈਦਾ ਹੋ ਜਾਣ ਤੇ ਲੋਕ ਸੱਚ ਨੂੰ ਮੰਨਣ ਤੋਂ ਇਨਕਾਰੀ ਹੋ ਜਾਂਦੇ ਨੇ। ਕਿਉਂਕਿ ਬੰਦੇ ਦਾ ਸੁਭਾਅ ਹੈ, ਰੱਬ ਦੇ ਨਾਮ ਥੱਲੇ ਬੀਜ ਨਾਸ਼ ਨਹੀਂ। ਬੰਦਗੀ ਵਾਲੇ ਮਿਲਣਗੇ, ਪਰ ਬਹੁ ਗਿਣਤੀ ਵਿੱਚ ਚੇਤੇ ਰੱਖਿਓ, ਜ਼ਿਆਦਾਤਰ ਉਹ ਲੋਕ ਮਿਲਣਗੇ ਜਿਹੜੇ ਨਾਮ ਦੇ ਥੱਲੇ ਪਰਪੰਚ ਪਾਲਦੇ ਪਏ ਨੇ। ਇਸੇ ਤਰ੍ਹਾਂ ਸੰਤ ਲਫ਼ਜ਼, ਭਗਤ ਲਫ਼ਜ਼, ਬ੍ਰਹਮ ਗਿਆਨੀ ਲਫ਼ਜ਼, ਅੱਜ ਕੱਲ੍ਹ ਸਤਿਗੁਰੂ ਲਫ਼ਜ਼, ਇਹ ਸਾਰੇ ਪਵਿੱਤਰਤਾ ਦੇ ਪ੍ਰਤੀਕ ਨੇ। ਪਰ ਲੋਕ ਲਫ਼ਜ਼ਾਂ ਦੀ ਦੁਰਵਰਤੋਂ ਕਰਕੇ ਉਹਦੇ ਥੱਲੇ ਪਾਪ ਕਰਮ ਕਰਨ ਲੱਗ ਪੈਂਦੇ ਨੇ। ਹੁਣ ਮੰਨ ਲਓ ਚਰਨ ਧੂੜ ਦਾ ਜ਼ਿਕਰ ਹੈ। ਕਈ ਵਾਰੀ ਕੀ ਹੁੰਦਾ, ਇਹ ਭੇਖ ਦਾ ਰੂਪ ਵੀ ਧਾਰਨ ਕਰ ਲੈਂਦੀ ਕਿ ਮੈਨੂੰ ਆਪ ਜੀ ਚਰਨਾਂ ਦੀ ਧੂੜ ਚਾਹੀਦੀ ਹੈ, ਮੈਂ ਤੇ ਆਪ ਜੀ ਦੇ ਚਰਨਾਂ ਦਾ ਸੇਵਕ ਹਾਂ। ਨਹੀਂ ਨਹੀਂ, ਇਹ ਲਫ਼ਜ਼ ਨਹੀਂ ਪਿਆਰਿਓ। ਪਹਿਲੀ ਬੇਨਤੀ ਕਿ ਧੂੜ ਵਿੱਚ ਕੋਈ ਤਾਕਤ ਹੈ, ਕਿ ਧੂੜ ਵਿੱਚ ਕੋਈ ਸ਼ਕਤੀ ਹੈ। ਅਸੀਂ ਇਹ ਲਫ਼ਜ਼ ਸਾਰੇ ਕਹਿ ਦਿੰਦੇ ਹਾਂ ਕਿ ਇਹ ਤਾਂ ਮਿੱਟੀ ਹੈ ਜੀ, ਮਿੱਟੀ ਚੁੱਕ ਕੇ ਮੱਥੇ ਤੇ ਲਾ ਲਈ। ਮੈਂ ਦੋ ਗਲੇ ਬਚਨ ਨਹੀਂ ਕਰ ਰਿਹਾ, ਮੈਂ ਕਹਿ ਰਿਹਾ ਧੂੜ ਲਫ਼ਜ਼ ਦੇ ਥੱਲੇ ਪਖੰਡ ਹੈ, ਪਰਪੰਚ ਹੈ, ਪਰ ਜੋ ਤੱਤ ਹੈ ਧੂੜ ਦਾ, ਉਸ ਗੱਲ ਨੂੰ ਭੁੱਲ ਗਏ ਨਾ। ਪਹਿਲੀ ਗੱਲ ਕਿ ਜਿਹਨੂੰ ਅਸੀਂ ਕਹਿੰਦੇ ਹਾਂ ਖਾਕ, ਮਿੱਟੀ, ਨਰਜਿੰਦ, ਜੇ ਧਿਆਨ ਨਾਲ ਦੇਖੋਗੇ, ਜਿਸ ਪਲੈਨਟ ਤੇ, ਜਿਸ ਧਰਤੀ ਤੇ ਆਪ ਰਹਿ ਰਹੇ ਹੋ, ਇਸ ਮਿੱਟੀ ਦੇ ਵਿੱਚ ਵੀ ਜ਼ਿੰਦਗੀ ਹੈ। ਇਹ ਮਿੱਟੀ ਨਰਜਿੰਦ ਨਹੀਂ। ਜੇ ਨਰਜਿੰਦ ਹੋਵੇ, ਪਾਣੀ ਦੇ ਸੁਮੇਲ ਦੇ ਨਾਲ ਅੱਜ ਸਾਨੂੰ ਸਾਰਿਆਂ ਨੂੰ ਖਾਣ ਨੂੰ ਅਨਾਜ ਦਿੰਦੀ ਪਈ ਧਰਤੀ, ਜੇ ਨਰਜਿੰਦ ਹੁੰਦੀ, ਇਹਦੇ ਵਿੱਚੋਂ ਅੰਨ ਦੀ ਐਨਰਜੀ ਕਿਵੇਂ ਪੈਦਾ ਹੋ ਗਈ, ਇਹਦੇ ਵਿੱਚੋਂ ਫਲ ਕਿਵੇਂ ਪੈਦਾ ਹੋ ਗਿਆ। ਮਿੱਟੀ ਨਰਜਿੰਦ ਨਹੀਂ, ਮਿੱਟੀ ਦੇ ਅੰਦਰ ਉਹ ਐਨਰਜੀ, ਉਹ ਸ਼ਕਤੀ ਹੈ ਪਿਆਰਿਓ, ਜਿਹੜੀ ਸਾਨੂੰ ਪਾਣੀ ਮਿਲ ਕੇ ਉਹ ਅਨਾਜ ਦਿੰਦੀ ਹੈ, ਫਲ ਦਿੰਦੀ ਹੈ, ਰਸਦਾਇਕ ਵਸਤੂਆਂ ਬਖਸ਼ਦੀ ਹੈ। ਉਸ ਮਿੱਟੀ 'ਚ ਤਾਕਤ ਹੈ। ਇਹੀ ਕਾਰਨ ਪੁਰਾਤਨ ਲੋਕਾਂ ਨੇ ਜਦੋਂ ਸਰੀਰ ਨੂੰ ਵੀ ਮਿੱਟੀ ਦਾ ਪੁਤਲਾ ਕਿਹਾ, ਉਹਦਾ ਇੱਕ ਕਾਰਨ ਸੀ। ਜਿਵੇਂ ਬਾਣੀ 'ਚ ਅਸੀਂ ਪੜ੍ਹਦੇ ਹਾਂ ਕਿ ਮਾਟੀ ਕੋ ਪੂਤਰਾ ਕੈਸੇ ਨਚਤ ਹੈ, ਉੱਥੇ ਲਫ਼ਜ਼ ਮਿੱਟੀ ਦਾ ਪੁਤਲਾ ਵਰਤਿਆ। ਜਾਂ ਅਸੀਂ ਸ਼ਬਦ ਇੱਕ ਪੜ੍ਹਦੇ ਹਾਂ ਬਾਣੀ 'ਚ ਕਿ ਕਬੀਰਾ ਧੂਰ ਸ਼ਕੇਲ ਕੈ ਪੁਰੀਆ ਬਾਂਧੀ ਦੇ। ਕਬੀਰ ਸਾਹਿਬ ਦੀ ਬਚਨ ਹੈ ਕਿ ਮਾਟੀ ਕੇ ਖਮ ਪੂਤਰੇ ਮਾਨਸ ਰਾਖਿਓ ਨਾਉ। ਇਹ ਉੱਥੇ ਮਿੱਟੀ ਦਾ ਪੁਤਲਾ ਕਿਹਾ। ਹੁਣ ਸਵਾਲ ਉੱਠੇਗਾ ਮਿੱਟੀ ਦਾ ਪੁਤਲਾ ਕਿਵੇਂ? ਪਰ ਪੁਰਾਣੇ ਸ਼ਾਸਤਰਕਾਰ ਇਹ ਸ਼ਬਦ ਕਹਿੰਦੇ ਸਨ ਕਿ ਖਾਕ ਵਿੱਚੋਂ ਖੁਰਾਕ ਪੈਦਾ ਹੁੰਦੀ, ਜਿਹਨੂੰ ਆਪਾਂ ਧਰਤੀ ਕਹਿ ਰਹੇ ਹਾਂ, ਮਿੱਟੀ ਕਹਿ ਰਹੇ ਹਾਂ। ਇਸ ਮਿੱਟੀ ਵਿੱਚੋਂ ਅੰਨ ਪੈਦਾ ਹੁੰਦਾ ਹੈ। ਉਸ ਅੰਨ ਨੂੰ ਕਿਸੇ ਰੂਪ ਵਿੱਚ ਤੁਸੀਂ ਲਵੋ। ਇਸੇ ਮਿੱਟੀ ਦੇ ਵਿੱਚੋਂ ਪਸ਼ੂ ਦਾ ਚਾਰਾ ਪੈਦਾ ਹੁੰਦਾ ਹੈ। ਜਿਹੜਾ ਪਸ਼ੂ ਚਾਰਾ ਚੁੰਦਾ ਹੈ, ਉਹਦੇ ਵਿੱਚੋਂ ਸਾਨੂੰ ਦੁੱਧ ਮਿਲਦਾ ਹੈ। ਆ ਖਾਕ ਵਿੱਚੋਂ ਖੁਰਾਕ ਮਿਲਦੀ ਏ, ਖਾਕ ਵਿੱਚੋਂ ਪਸ਼ੂ ਖਾਏ ਤੇ ਦੁੱਧ ਮਿਲਦਾ। ਬਾਬਾ ਜੀ ਨੇ ਕਿਹਾ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇਂ ਅੰਮ੍ਰਿਤ ਦੇ। ਮੇਰਾ ਮਤਲਬ ਸਿਰਫ ਇੰਨਾ ਹੈ ਕਿ ਖਾਕ ਵਿੱਚੋਂ ਖੜ ਪੈਦਾ ਹੁੰਦਾ ਹੈ, ਖੜ ਵਿੱਚੋਂ ਪਸ਼ੂ ਦੁੱਧ ਅੰਮ੍ਰਿਤ ਵਰਗਾ ਸਾਨੂੰ ਦਿੰਦਾ ਹੈ। ਉਸ ਦੁੱਧ ਨੂੰ ਪੀਣ ਨਾਲ ਇਸਤਰੀ ਤੇ ਪੁਰਸ਼ ਵਿੱਚ ਐਨਰਜੀ ਪੈਦਾ ਹੁੰਦੀ ਹੈ। ਮਿੱਟੀ ਨਰਜਿੰਦ ਨਹੀਂ, ਉਸ ਮਿੱਟੀ ਵਿੱਚੋਂ, ਖਾਕ ਵਿੱਚੋਂ ਖੁਰਾਕ ਹੈ। ਉਸ ਖੁਰਾਕ ਦੀ ਤਫੈਲਿਸ਼ ਮਾਂ ਵਿੱਚ ਬੱਚੇ ਨੂੰ ਜਨਮ ਦੇਣ ਦੀ ਐਨਰਜੀ,
ਪਿਤਾ ਵਿੱਚ ਬਿੰਦ, ਮਿੱਟੀ ਦੀ ਬਦੌਲਤ ਬਿੰਦ ਤੇ ਖੂਨ, ਜਿਹਨੂੰ ਕਿਹਾ ਪਾਣੀ ਮੈਲਾ ਮਾਟੀ ਗੋਰੀ, ਉਹ એનર્ਜੀ ਜੇ ਮਿੱਟੀ ਨਾ ਹੁੰਦੀ, ਜੇ ਖਾਕ ਨਾ ਹੁੰਦੀ, ਸੱਚ ਇਹ ਨਾ ਬਿੰਦ ਸੀ ਨਾ ਖੂਨ ਸੀ, ਉਹਦੇ ਸਮੇਲ ਕਰਕੇ ਸਾਡੇ ਸਰੀਰ ਦੀ ਬਣਤਰ ਬਣਦੀ ਏ, ਉਹਦੇ ਵਿੱਚੋਂ ਬਚਪਨ, ਜਵਾਨੀ, ਬੁਢੇਪਾ ਬਣਦਾ ਹੈ। ਅਤੇ ਜਿਸ ਵਕਤ ਬੰਦੇ ਦੀ ਮੌਤ ਹੁੰਦੀ ਏ, ਇਹ ਮਿੱਟੀ ਦਾ ਪੁਤਲਾ ਫਿਰ ਮਿੱਟੀ 'ਚ ਮਿਲ ਜਾਂਦਾ। ਫਿਰ ਬੇਨਤੀ ਸੁਣੋ, ਦੇਖੋ ਖਾਕ ਨੂਰ ਨਿਰਜਿੰਦ ਨਹੀਂ, ਬਾਣੀ ਵੀ ਤਾਂ ਸ਼ਬਦ ਵਰਤੇ ਨੇ, ਖਾਕ ਨੂਰ ਕਰਦੰ ਆਲਮ ਦੁਨੀਆ ਏ। ਉਸ ਪਰਿਪੂਰਨ ਪਰਮਾਤਮਾ ਨੇ ਇਸ ਖਾਕ ਦੇ ਵਿੱਚ ਆਪਣਾ ਨੂਰ ਟਿਕਾ ਦਿੱਤਾ, ਆਪਣੀ ਜੋਤ ਟਿਕਾ ਦਿੱਤੀ। ਮੈਂ ਤਾਂ ਅਰਜ਼ ਕੀਤੀ, ਭਾਈ ਸਿੱਖੋ, ਬਾਹਰ ਮੁਖੀ ਦੇਖੋ ਤਾਂ ਵੀ ਮਿੱਟੀ ਵਿੱਚ ਤਾਕਤ ਜੇ। ਸੁਣਿਓ ਬੇਨਤੀ ਧਿਆਨ ਦੇ ਨਾਲ ਕਿ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ, ਖਾਕ ਲਫ਼ਜ਼ ਵਰਤੇ। ਬਾਹਰ ਇੱਕ ਕਣਕ ਦਾ ਦਾਣਾ ਮਿੱਟੀ 'ਚ ਬੀਜੋ, ਇੱਕ ਦਾਣੇ ਦੇ ਬਦਲੇ ਮਿੱਟੀ ਸੈਂਕੜੇ ਦਾਣੇ ਵਾਪਸ ਦਿੰਦੀ ਹੈ ਧਰਤੀ। ਇੱਕ ਚਣਿਆਂ ਦਾ ਬੀਜ ਬੀਜੋ ਤੇ ਮਿੱਟੀ ਵਿੱਚ ਉਸ ਬੀਜ ਦੀ ਇੰਨਾ ਕੁ ਵਿਕਾਸ ਹੁੰਦਾ ਹੈ, ਉਹ ਸੈਂਕੜੇ ਚਣਿਆਂ ਦੇ ਦਾਣੇ ਸਾਨੂੰ ਵਾਪਸ ਮੋੜਦੀ ਹੈ। ਸੱਚ ਇਹ ਜੇ ਇੱਕ ਮਿੱਟੀ, ਇੱਕ ਪਾਣੀ, ਸੂਝਵਾਨ ਲੋਕ ਕਹਿੰਦੇ ਨੇ ਇਹ ਰੂਹਾਨੀਅਤ ਦਾ ਬਹੁਤ ਅਸਰ ਕਬੂਲਦੇ ਨੇ। ਇੱਥੇ ਕਿਉਂ ਗਿਆ ਜਿਨ ਸੱਚ ਪੱਲੇ ਹੋਏ, ਬੰਦਗੀ ਕਰਨ ਵਾਲਿਆਂ ਦੀ ਗੱਲ ਕਰਾਂਗਾ, ਪਖੰਡੀਆਂ ਦੀ, ਪਰਪੰਚੀਆਂ ਦੀ, ਭੇਖੀਆਂ ਵੱਲ ਨਾ ਲਿਜਾਇਓ। ਜਦੋਂ ਸਿਮਰਨ ਵਿੱਚ ਜਿਹੜੀ ਕੋਈ ਆਤਮਾ ਓਤ ਪੋਤ ਸਾਈਂ ਵਿੱਚ ਹੋ ਜਾਂਦੀ ਹੈ, ਤਾਣੇ ਪੇਟੇ ਵਾਂਗੂ ਸੱਚ ਇਹ ਅਭੇਦ ਹੋ ਜਾਂਦੀ ਹੈ, ਉਸ ਵਕਤ ਉਹਦਾ ਸਰੀਰ ਇੰਨਾ ਕੁ ਪਵਿੱਤਰ ਹੋ ਜਾਂਦਾ ਹੈ, ਉਹਦੇ ਸਰੀਰ ਦਾ ਇੱਕ ਇੱਕ ਅੰਗ ਜਿਹੜਾ ਹੈ ਉਹ ਰੂਹਾਨੀਅਤ ਦੇ ਨਾਲ ਭਰਿਆ ਜਾਂਦਾ ਹੈ। ਹੁਣ ਜਦੋਂ ਉਹ ਕਿਸੇ ਚੀਜ਼ ਨੂੰ ਸਪਰਸ਼ ਕਰੇਗਾ, ਅੰਸ਼ ਤੇ ਅੰਸ਼ੀ ਕੀ ਹੈ, ਉਹਦੇ ਕੋਲ ਮੂਲ ਤੱਤਵ ਹੈ ਨਾਮ ਸਿਮਰਨ, ਉਹ ਕਿਸੇ ਚੀਜ਼ ਨੂੰ ਸਪਰਸ਼ ਕਰੇਗਾ, ਉਹਦੀ ਬੋਡੀ ਦਾ ਅਸਰ ਉਸ ਸਰੀਰ ਦੇ ਉੱਪਰ, ਉਸ ਚੀਜ਼ ਉੱਪਰ ਜ਼ਰੂਰ ਹੋਵੇਗਾ। ਦੇਖੋ ਇਹ ਵੀ ਕਿਹਾ ਜਾਂਦਾ ਹੈ ਕਿ ਸਿਮਰਨ ਬੰਦਗੀ ਕਰਨ ਵਾਲਾ ਜਦੋਂ ਜ਼ਮੀਨ 'ਤੇ ਨਗਨ ਪੈਰ, ਨਗਨ ਚਰਨ ਚੱਲਦਾ ਹੈ, ਉਹਦੇ ਚਰਨਾਂ ਦੀਆਂ ਤਲੀਆਂ ਵਿੱਚੋਂ ਵੀ ਉਹ ਰੂਹਾਨੀਅਤ ਦੀ ਐਨਰਜੀ ਖਾਰਜ ਹੁੰਦੀ ਏ, ਉਹ ਜ਼ਮੀਨ 'ਤੇ ਪਈ ਕੋਈ ਮਿੱਟੀ 'ਤੇ ਪੈਂਦੀ। ਮੈਂ ਤਾਂ ਬੇਨਤੀ ਕੀਤੀ ਦੁਨਿਆਵੀ ਉਦਾਹਰਨ ਲਈ ਕਿ ਮਿੱਟੀ ਵਿੱਚ ਪਾਈ ਕੋਈ ਚੀਜ਼ ਉਹ ਕਈ ਗੁਣਾ ਜ਼ਿਆਦਾ ਪ੍ਰਫੁੱਲਤ ਹੁੰਦੀ ਹੈ। ਉਹਨੂੰ ਅਨਾਜ ਕਹਿ ਲਓ, ਫਲ ਕਹਿ ਲਓ, ਇੱਕ ਇੱਕ ਫਲ ਤੁਸੀਂ ਅੰਬ ਦੀ ਗਿਟਕ ਧਰਤੀ 'ਚ ਬੀਜਦੇ ਹੋ ਅਤੇ ਸਾਲਾਂ ਤੱਕ ਉਹ ਅੰਬ ਦਾ ਪੇਡਾ ਉਹਦੇ ਬਦਲੇ ਹਜ਼ਾਰਾਂ, ਪਤਾ ਨਹੀਂ ਕਿੰਨੇ ਕੁ ਹਜ਼ਾਰਾਂ ਕਿਲੋ ਲਫ਼ਜ਼ ਵਰਤਾਂ, ਉਹ ਅੰਬ ਦੇ ਫਲ ਵਾਪਸ ਕਰੀ ਜਾਂਦਾ। ਧਰਤੀ ਵਿੱਚ ਬੀਜਿਆ ਹੋਇਆ ਬੀਜ ਉਸ ਮਿੱਟੀ ਦੀ ਐਨਰਜੀ ਉਸ ਦਾਣੇ ਨੂੰ ਕਈ ਗੁਣਾ ਜ਼ਿਆਦਾ ਕਰਕੇ ਵਾਪਸ ਦਿੰਦੀ ਏ। ਗੁਰਮੁਖੋ ਸਮਝੋ, ਇਸੇ ਤਰ੍ਹਾਂ ਜਦੋਂ ਸਿਮਰਨ ਕਰਨ ਵਾਲਾ, ਬੰਦਗੀ ਕਰਨ ਵਾਲਾ, ਰੂਹਾਨੀਅਤ ਵਿੱਚ ਭਿੱਜੀ ਕੋਈ ਆਤਮਾ ਆਪਣੀ ਚਰਨ ਧਰਤੀ ਦੀ ਮਿੱਟੀ ਉੱਪਰ ਰੱਖਦੀ ਹੈ, ਉਹਦੇ ਸਰੀਰ ਦੀ ਪਵਿੱਤਰਤਾ, ਉਹਦੇ ਸਰੀਰ ਦੀ ਰੂਹਾਨੀਅਤ ਉਸ ਮਿੱਟੀ ਦੇ ਉੱਪਰ ਅਸਰ ਕਰਦੀ ਏ, ਮਿੱਟੀ ਉਹਨੂੰ ਜਜ਼ਬ ਕਰਦੀ ਏ। ਉਸੇ ਮਿੱਟੀ ਨੂੰ ਚੁੱਕ ਕੇ ਜਦੋਂ ਕੋਈ ਆਪਣੇ ਮਸਤਕ 'ਤੇ ਲਾਉਂਦਾ ਹੈ, ਸੱਚ ਇਹ ਵੇ ਕਿ ਉਹਦੇ ਮਸਤਕ 'ਤੇ ਲਾਉਣ ਦੇ ਨਾਲ ਵੀ ਉਸ ਧੂੜ ਦਾ, ਉਸ ਧੂੜ ਦੇ ਕੰਨ ਵਿੱਚ ਮਿਲੀ ਕੋਈ ਰੂਹਾਨੀਅਤ ਦਾ ਇੰਨਾ ਕੁ ਅਸਰ ਹੁੰਦਾ ਹੈ। ਅੰਸ਼ ਵਿੱਚੋਂ ਨਿਕਲੀ ਕੋਈ ਅੰਸ਼, ਅੰਸ਼ੀ ਵਿੱਚੋਂ ਨਿਕਲੀ ਕੋਈ ਅੰਸ਼ ਜਦੋਂ ਕੋਈ ਆਪਣੇ ਮੱਥੇ 'ਤੇ ਲਾਉਂਦਾ ਹੈ, ਉਹਦੇ ਮਸਤਕ ਦੇ ਲੇਖ ਵੀ ਪਲਟ ਜਾਂਦੇ ਨੇ। ਆਓ ਮੈਂ ਬਾਣੀ 'ਚ ਥੋੜ੍ਹੀਆਂ ਜਿਹੀਆਂ ਬੇਨਤੀਆਂ ਕਰਾਂਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਚਰਨ ਧੂੜ ਬੰਦਗੀ ਕਰਨ ਵਾਲਿਆਂ ਦੀ ਉਹਦੀ ਬੜੀ ਜਾਚਨਾ ਕੀਤੀ ਗਈ। ਅਤੇ ਮੈਂ ਇਹ ਵੀ ਅਰਜ਼ ਕਰਾਂਗਾ ਗੁਰਮਤਿ ਦੇ ਨਜ਼ਰੀਏ ਨਾਲ ਕਿ ਜਦੋਂ ਕਿਸੇ ਨੂੰ ਪਵਿੱਤਰ ਚਰਨਾਂ ਦੀ ਖਾਕ ਮਿਲ ਗਈ, ਉਸ ਬੰਦੇ ਦੀ ਜ਼ਿੰਦਗੀ ਪਲਟ ਗਈ। ਬੇਨਤੀ ਹੈ, ਜਿਵੇਂ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬੋਲ ਪੜ੍ਹਦੇ ਹਾਂ, ਉਹਨਾਂ ਨੇ ਇਹ ਵੀ ਸ਼ਬਦ ਵਰਤਿਆ ਜਿਵੇਂ ਅੱਜ ਕਿ ਦਾਨ ਮਖੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ। ਗੁਰੂ ਸਾਹਿਬ ਦੇ ਬੋਲ ਕਿਤੇ ਪੜ੍ਹੋ, ਹਜ਼ੂਰ ਦਾ ਇੱਕ ਅੰਮ੍ਰਿਤ ਬੋਲ ਹੈ, ਖਾਸ ਕਰਕੇ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ, ਹਉ ਕੁਰਬਾਨੈ ਜਾਉ ਮਿਹਰਬਾਨਾ, ਹਉ ਕੁਰਬਾਨੈ ਜਾਉ, ਹਉ ਕੁਰਬਾਨੈ ਜਾਉ ਤਿਨਾ ਕੇ ਲੈਣ ਜੋ
तेरा नाम। ये मैं तां बेनती कर रहा कि ये भेख वाली धूड़ नहीं, पखंडियां की गल नहीं। इस नूं सुनो, ये जिन सच पल्ले होए। हुण ओहदियां रहाओ दियां तुकां ने, खाओ कुरबाना जाऊँ मेहरबाना, मैं कुरबान जाना मेहरबान परमात्मा तेरे तो, मैं कुरबान जाना तेरे तो जिहड़ा तेरा नाम लैंदे ने। देखो मेहरबान तो भी कुरबान, ते जपण वाले जगियासू गुरमुख तो भी कुरबान। हाँ कुरबाना जाऊँ मेहरबाना, हाँ कुरबाना जाऊँ, हाँ कुरबाना जाऊँ तिना कै, लैन जो तेरा नाऊँ, लैन जो तेरा नाऊँ तिना कै, हाँ सद कुरबान है जाऊँ। फिर शब्द वरत्या मैं तो कुरबान जाना। गुरु साहब अखीर ते मंगदे की ने, अखीरलियां तुकां पढ़ो। आई जे दान महंडा तली खाक, साहब कहते जिनके चोले रतड़े प्यारे, कंत तिना कै पास, तूड़ तिना की जे मिले जी, कहो नानक की अरदास। कहो नानक की अरदास, धूड़ तिना की जे मिले जी। ओही अरदास इत्थे वे, दान मखंडा तली खाक जे मिले तां मस्तक लाइए। तिलंग राग च गुरुदेव दा शब्द है, एडी वड्डी निर्माणता वरती। मैं तां ही बेनती करांगा कि सानू झुकण दी जाच ही नहीं आई। मैं ये नहीं कह रहा कि असीं गुरु ग्रंथ साहिब तो बिना किसी दंभी पेखी परपंची की गल कर रहे हैं, पर इस गल नूं ना झुठलाओ। बंदगी करन वाले दे चरनां दी धूड़ जिंदगी बदल के रख देंदी है। हजूर दे एक अमृत बोल है, गुरु नानक साहब प्रभु सामने अरदास करते हैं। वो लफ्ज़ इन्नी निमरता दे, ਉਹਦੇ ਵਿੱਚ भी धूड़ मंगी गई। महाराज जी ने कहा बद बखत, मेरे वर्गा बद वक्त कोई नहीं, कमख्त कोई नहीं, मेरे वर्गा ढीठ कोई नहीं, मेरे वर्गा बखील कोई नहीं। पर हे प्रभु, गुरु नानक साहब कहते तेरे चरनां 'ਚ एक अरदास करना आ, मेरी झोली 'ਚ इस वस्तु का दान पा, ਜਿਹੜੇ तेरी बंदगी करते हैं उन्होंने दे चरनां की खाक मैनू मिल जाए। बद बखत हम चू बखील, गाफिल बे नज़र बेबाक, नानक बगोयद जन तुरा, तेरे चाकरा पा खाक। इत्थे महाराज जी ने तली खाक किया, उत्थे लफ्ज वरत्या पा खाक, कि नानक बगोयद मैं बोल के कह रहा, जन तुरा तेरे चाकरा पा खाक। मैं तेरे चरनां की धूड़, तेरी बंदगी करने वाले चाकरां दे चरनां की धूड़ बन जा। कि गुरु नानक साहब ये शब्द जो वार वार वरत रहे हैं, ये शब्द की दुरवरतों करने वाले पखंडी ने, पर सच्चाई तो इनकारी ना होइए। मैं फिर बेनती करा, असी गुरु अर्जुन देव दे बोल पढ़ने, खास करके हजूर दा ये शब्द जिहड़ा जाको हर रंग लागो इस युग में, सो कहियत है छूरा, आत्म जिणै सगल वसता के, ताकै जाका सतगुर पूरा। शब्द दियाँ अखीरलियां तुकां च की मंगिया गया? आई तां मंगिया गया कि दान मखंडा तली खाक जे मिले तां मस्तक लाइए। शब्द दे अखीरले बचन ने, जन के चरण वसै मेरा हिया रह, संग पुनीता देही, जन की तूर देहो कृपा निध, नानक कह सुख एही। मेरे वास्ते यही सुख है, मैनू अपने प्यारे सेवकां दे चरनां दी धूड़ बख्श दिओ। इस करके दास प्रमाण दे रहा है कि असी इस बख्शिश नूं देखीए जिहड़ी तरन धूड़ च वरतदी है। आओ मैं एक उदाहरण आप जी नूं देना। भाई साहब भाई गुरदास साहब जी ने कबीर साहब और भगत रामानंद जी की मिलनी का उल्लेख अपनी रचना विच, अपनियां वारां विच कीता है। उन्हां दा ये पवित्र बचन ने कि चरण स्पर्शता नाल, चरण धूड़ नाल कबीर साहब के जीवन च की पलटा हुंदा है। हालांकि इसका जिक्र गुरु ग्रंथ साहब च नहीं, ये कोई शक नहीं। कबीर साहब ने ये लफ्ज़ जरूर वरते ने, कहन लगे जिहड़ा परमात्मा की भगती करता है, तिन की पग पंकज खम धूर। पद पंकज, पद का अर्थ पैर, पंकज का अर्थ कमल। ਇਹਦਾ अर्थ भी है कि उन्हां दे चरण कमलों की कबीर धूड़ है, ਜਿਹੜੇ परमात्मा की इबादत करते हैं। इस तरह ही उन्हां दे श्लोक पढ़ो, वो तो इत्थों तक लफ्ज वरते ने कि जिहड़ा इंसान किते सुपने विच बरड़ा के राम कहंदा है, प्रभु कहंदा है, कहंदे मेरा चित्त करदा है कि ਉਹਦੇ चरनां दा जोड़ा बन जाए तो मेरी चमड़ी होवे, मेरी चमड़ी का जोड़ा बना के ਉਹਦੇ चरनां च पा दिओ,
ਤਾਂ ਜੋ ਕਬੀਰ ਦੇ ਸਰੀਰ ਨੂੰ ਵੀ ਰੱਬ ਦੇ ਘਰ 'ਚ ਪ੍ਰਵਾਨਤਾ ਮਿਲ ਜਾਏ। ਅਸੀਂ ਬੋਲ ਪੜ੍ਹਦੇ ਹਾਂ, ਕਬੀਰ ਸੁਪਨਾ ਖੂੰ ਬਰੜਾਏ ਕੈ, ਜੇ ਮੁਖ ਨਿਕਸੈ ਰਾਮ, ਤਾਂ ਕਿ ਪਗ ਕੀ ਪਨਹੀ ਮੇਰੇ ਤਨ ਕੋ ਚਾਮ। ਚਲੋ ਮੈਂ ਇੱਕ ਉਦਾਹਰਨ ਦੇਣਾ। ਰਾਮਾਨੰਦ ਜੀ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਗੰਗਾ 'ਚ ਇਸ਼ਨਾਨ ਕਰਨ ਜਾਂਦੇ ਨੇ। ਮੈਂ ਪਿਛਲੇ ਦਿਨੀ ਜਦੋਂ ਆਤਮ ਤੀਰਥ ਕਰੈ ਨਿਵਾਸ ਕਥਾ ਆਈ, ਉੱਥੇ ਅਰਜ਼ ਕੀਤੀ ਸੀ, ਭਗਤ ਦਾ ਗੰਗਾ 'ਚ ਇਸ਼ਨਾਨ ਕਰਨਾ, ਇਹ ਮਤ ਸਮਝਿਓ ਸ਼ਾਇਦ ਗੰਗਾ ਦੀ ਪਵਿੱਤਰਤਾ ਕਰਕੇ। ਅਸਲ 'ਚ ਸੱਚ ਇਹ ਵੇ ਕਿ ਭਗਤ ਸਵੇਰੇ ਅੰਮ੍ਰਿਤ ਵੇਲੇ ਨੇਰੇ ਗੰਗਾ ਦਰਿਆ ਨਿਰਮਲ ਪਾਣੀ ਉਦੋਂ ਵਗਦਾ, ਉਹਦੇ 'ਚ ਇਸ਼ਨਾਨ ਕਰਨ ਜਾਂਦੇ ਨੇ। ਮੈਂ ਜ਼ਿਆਦਾ ਡਿਟੇਲ 'ਚ ਜਾਂਦਾ ਹੋਇਆ ਨਾ, ਇੱਥੋਂ ਤੱਕ ਕਿ ਗੁਰੂ ਰਾਮਦਾਸ ਦੇ ਤਾਂ ਗੁਰੂ ਗ੍ਰੰਥ ਸਾਹਿਬ 'ਚ ਬੋਲ ਨੇ, ਹਿੰਦੁਸਤਾਨ ਦੀਆਂ ਨਦੀਆਂ ਦਾ ਜ਼ਿਕਰ ਕਰਦਿਆਂ ਉਹਦੇ ਵਿੱਚ 4 ਨਦੀਆਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੂੰ ਬੜੀ ਧਾਰਮਿਕ ਮਹਾਨਤਾ ਦਿੱਤੀ ਗਈ ਭਾਰਤ ਵਰਸ਼ ਵਿੱਚ। ਉਸ ਵਿੱਚ ਗੰਗਾ, ਦੂਸਰੀ ਜਮੁਨਾ, ਤੀਸਰੀ ਸਰਸਵਤੀ, ਚੌਥੀ ਗੋਦਾਵਰੀ। ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵਾਲਿਆਂ ਨੂੰ ਪਤਾ ਹੈ ਕਿ ਲੋਕ ਹਜ਼ੂਮ ਬਣਾ ਕੇ, ਭੀੜ ਬਣਾ ਕੇ ਇਸ਼ਨਾਨ ਕਰਨ ਵਾਸਤੇ ਉੱਥੇ ਪਹੁੰਚਦੇ ਨੇ, ਪਰ ਗੁਰੂ ਰਾਮਦਾਸ ਕਹਿੰਦੇ ਨੇ ਗੰਗਾ ਨੂੰ, ਯਮੁਨਾ ਨੂੰ, ਗੋਦਾਵਰੀ ਨੂੰ ਤੇ ਸਰਸਵਤੀ ਨੂੰ ਪ੍ਰਭੂ ਦੇ ਚਰਨਾਂ 'ਚ ਅਰਦਾਸ ਕਰਦਿਆਂ ਸੁਣਿਓ ਇਹਦੇ ਵਿੱਚ ਚਰਨ ਧੂੜ ਦੀ ਕਿੰਨੀ ਮਹਾਨਤਾ ਹੈ। ਇਹ ਨਦੀਆਂ ਕਹਿ ਰਹੀਆਂ ਨੇ ਕਿ ਪ੍ਰਭੂ, ਇਹ ਜੀਵ ਪਾਪਾਂ ਨਾਲ ਭਰੇ ਹੋਏ, ਪਾਪਾਂ ਨਾਲ ਲਿਬੜੇ ਹੋਏ, ਕੁਕਰਮਾਂ ਨਾਲ ਭਰੇ ਹੋਏ ਆਉਂਦੇ ਨੇ ਤੇ ਸਾਡੇ 'ਚ ਇਸ਼ਨਾਨ ਕਰਕੇ ਆਪਣੀ ਮੈਲ ਉਤਾਰਨ ਦਾ ਯਤਨ ਕਰਦੇ ਨੇ। ਤੂੰ ਕਿਰਪਾ ਕਰ, ਕਿਸੇ ਬੰਦਗੀ ਕਰਨ ਵਾਲੇ ਦੀ ਧੂੜ ਸਾਨੂੰ ਬਖਸ਼ ਦੇ, ਕਿਉਂਕਿ ਸਾਡੀ ਮੈਲ ਤਾਂ ਉਤਰੇਗੀ ਜੇ ਕਿਸੇ ਦੇ ਬੰਦਗੀ ਵਾਲੇ ਦੇ ਚਰਨਾਂ ਦੀ ਧੂੜ ਮਿਲੇਗੀ। ਇਹਦਾ ਮਤਲਬ ਕਿ ਸਿਮਰਨ ਵਾਲੇ ਦੀ ਧੂੜ ਦੀ ਕਿੰਨੀ ਮਹਾਨਤਾ ਹੈ। ਤੀਰ ਤੋਂ ਵੀ ਪਵਿੱਤਰਤਾ ਗੁਰੂ ਗ੍ਰੰਥ ਸਾਹਿਬ 'ਚ ਸ਼ਬਦ ਹੈ ਜੀ, ਗੰਗਾ, ਜਮਨਾ, ਗੋਦਾਵਰੀ, ਸਰਸਵਤੀ। ਦੇਖੋ, ਮੈਂ ਆਪਣੇ ਕੋਲੋਂ ਕੋਈ ਲਫ਼ਜ਼ ਜਾਂ ਕਿਸੇ ਕਮਿਊਨਿਟੀ ਦੇ, ਕਿਸੇ ਧਰਮ ਦੇ ਧਾਰਮਿਕ ਆਸਥਾ 'ਤੇ ਚੋਟ ਮਾਰਨ ਦੀ ਗੱਲ ਨਹੀਂ ਕਰ ਰਿਹਾ। ਮੈਂ ਕਹਿੰਦਾ ਸੱਚਾਈ ਨੂੰ ਸਮਝੋ ਕਿ ਚਰਨ ਧੂੜ ਦੀ ਮਹਾਨਤਾ ਕਿੰਨੀ ਬਾਣੀ 'ਚ। ਗੰਗਾ, ਜਮਨਾ, ਗੋਦਾਵਰੀ, ਸਰਸਵਤੀ ਤੇ ਕਰੈ ਉਦਮ, ਇੱਥੇ ਉਹ ਉਦਮ ਕਰਦੀਆਂ ਨੇ। ਧੂੜ ਸਾਧੂ ਕਹਿਤਾ, ਸਾਧੂ ਦੇ ਚਰਨਾਂ ਦੀ ਧੂੜ ਲਈ ਉਹ ਵੀ ਉਤਾਵਲੀਆਂ ਨੇ, ਉਹਨਾਂ ਦੀ ਵੀ ਇੱਛਾ ਹੈ। ਗੰਗਾ, ਜਮਨਾ, ਗੋਦਾਵਰੀ, ਸਰਸਵਤੀ ਤੇ ਕਰੈ ਉਦਮ, ਧੂੜ ਸਾਧੂ ਕੀ ਤਾਈ, ਕਿਲਵਿਖ ਮੈਲ ਭਰੇ ਪਰੇ ਖਮਰੇ ਵਿੱਚ। ਇਹ ਨਦੀਆਂ ਕਹਿ ਰਹੀਆਂ ਨੇ ਲੋਕ ਪਾਪਾਂ ਨਾਲ ਭਰੇ ਹੋਏ, ਮੈਲ ਨਾਲ ਭਰੇ ਹੋਏ ਸਾਡੇ ਵਿੱਚ ਆ ਕੇ ਡਿੱਗਦੇ ਨੇ। ਕਿਲਵਿਖ ਮੈਲ ਭਰੇ ਪਰੇ ਖਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ, ਸਾਧੂ ਕੀ ਧੂਰ ਗਵਾਈ, ਦਾਨ ਮਖੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਏ। ਮੈਂ ਅਰਜ਼ ਕਰਾਂ, ਨਾਮਾਨੰਦ ਜੀ ਇਸ਼ਨਾਨ ਕਰਨ ਜਾਂਦੇ ਨੇ ਕਿਉਂਕਿ ਉਹਨਾਂ ਦਾ ਆਪਣਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ 'ਚ, ਕਤ ਜਾਈਐ ਰੇ ਘਰ ਲਾਗੋ ਰੰਗ, ਅਸੀਂ ਆਤਮ ਤੀਰਥ ਕਰੇ ਨਿਵਾਸ 'ਚ ਪ੍ਰਮਾਣ ਲਿਆ ਸੀ। ਇਸ਼ਨਾਨ ਕਰਨ ਜਾਂਦੇ ਨੇ। ਕਬੀਰ ਸਾਹਿਬ ਬਾਰੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਕਿ ਉਹ ਜਾਂਦਿਆਂ ਘਾਟ 'ਤੇ ਲੰਮੇ ਪਏ ਨੇ। ਰਾਮਾਨੰਦ ਪ੍ਰਭੂ ਚਿੰਤਨ ਕਰਦੇ, ਪਰਮਾਤਮਾ ਦੀ ਬੰਦਗੀ ਕਰਦੇ। ਜਦੋਂ ਗੰਗਾ ਦੇ ਕਿਨਾਰੇ ਪਹੁੰਚਦੇ ਨੇ, ਉਸ ਵਕਤ ਉਹਨਾਂ ਦਾ ਚਰਨ ਇੱਕ ਮਨੁੱਖਾ ਮਾਨਵ ਦੇਹੀ ਨਾਲ ਸਪਰਸ਼ ਕਰਦਾ ਹੈ, ਜਾਂ ਉਹਨਾਂ ਦੇ ਚਰਨਾਂ ਦੀਆਂ ਤਲੀਆਂ ਇੱਕ ਇਨਸਾਨ ਦੇ ਮੱਥੇ ਨਾਲ, ਬੌਡੀ ਨਾਲ ਛੂੰਹਦੀਆਂ ਨੇ। ਹੁਣ ਹਨੇਰਾ ਹੈ। ਭਾਈ ਸਾਹਿਬ ਦੀ ਰਚਨਾ 'ਚੋਂ ਬੇਨਤੀ ਕਰ ਰਿਹਾ, ਭਾਵਾਂ ਉਹਨਾਂ ਨੇ ਉੱਥੇ ਸਤਿਗੁਰੂ ਦੀ ਸਪਰਸ਼ਤਾ ਦਾ ਜ਼ਿਕਰ ਕੀਤਾ। ਉਹ ਕਹਿੰਦੇ ਨੇ ਹਨੇਰੇ 'ਚ ਦੇਖਿਆ ਵੀ ਇਨਸਾਨ ਹੈ, ਤੇ ਭਗਤ ਕਬੀਰ ਸਾਹਿਬ ਜੀ ਨੇ ਰਾਮਾਨੰਦ ਜੀ ਦੇ ਚਰਨ ਛੂੰਹਦੇ ਨੇ ਜਦੋਂ ਉਹਨਾਂ ਦੇ ਤਨ ਨਾਲ, ਤੇ ਰਾਮਾਨੰਦ ਜੀ ਮਨੁੱਖੀ ਸਰੀਰ ਦੀ ਸਪਰਸ਼ਤਾ ਦੇਖ ਕੇ ਕੋਈ ਇਨਸਾਨ ਹੈ, ਇੰਨੇ ਸ਼ਬਦ ਕਹਿੰਦੇ ਨੇ, ਉੱਠ ਰਾਮ ਕੇ ਰਾਮ ਬੋਲ, ਉੱਠ ਰਾਮ ਕੇ ਰਾਮ ਬੋਲ। ਭਾਈ ਸਾਹਿਬ ਕਹਿੰਦੇ ਨੇ ਉਸ ਸਪਰਸ਼ਤਾ ਵਿੱਚ ਇੰਨੀ ਕੁ ਰੂਹਾਨੀਅਤ ਹੈ ਕਿ ਕਬੀਰ ਸਾਹਿਬ ਦਾ ਜੀਵਨ ਇਸ ਤਰ੍ਹਾਂ ਪਲਟਦਾ ਹੈ ਜਿਵੇਂ ਪਾਰਸ ਲੋਹੇ ਨੂੰ ਛੂਹ ਜਾਏ ਤੇ ਸੋਨਾ ਬਣ ਜਾਂਦਾ ਹੈ, ਜਿਵੇਂ ਚੰਦਨ ਦੀ ਸੁਗੰਧੀ ਨਿੰਮ ਨੂੰ ਛੂਹ ਜਾਏ ਤੇ ਉਹਦੀ ਕੁੜੱਤਣ ਚਲੀ ਜਾਂਦੀ ਹੈ, ਇਸ ਤਰ੍ਹਾਂ ਜਿਵੇਂ ਪਸ਼ੂ ਪ੍ਰੇਤ ਤੋਂ ਦੇਵਤਾ ਬਣ ਜਾਂਦਾ ਹੈ। ਉਹ ਵੀ ਇੱਕ ਛੂਹ ਹੈ। ਭਾਈ ਸਾਹਿਬ ਨੇ ਲਿਖਿਆ ਹੈ
ਕਿ ਖੋਏ ਬਿਰਕਤ ਬਨਾਰਸੀ, ਰਹਿੰਦਾ ਰਾਮਾ ਨੰਦ ਗੁਸਾਈ। ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਨਾਵਣ ਗੰਗਾ ਤਾਈ। ਅੱਗੋਂ ਹੀ ਦੇ ਜਾਏ ਕੈ ਲੰਮਾ ਪਿਆ ਕਬੀਰ ਤਤਾਈ। ਤਿਥਾਈ ਪੈਰੀ ਟੁੰਬ ਉਠਾ ਲਿਆ, ਪੈਰੀ ਟੁੰਬ ਚਰਨ ਸਪਰਸ਼ਤਾ, ਪੈਰੀ ਟੁੰਬ ਉਠਾ ਲਿਆ। ਬੋਲੋ ਰਾਮ ਸਿੱਖ ਸਮਝਾਈ। ਕਹਿੰਦੇ ਨੇ ਜਿਉਂ ਲੋਹਾ ਪਾਰਸ ਸ਼ੁਭੈ, ਚੰਦਨ ਵਾਸ ਨਿੰਮ ਮਹਿਕਾਈ। ਕਹਿੰਦੇ ਨੇ ਆ ਜੇ ਉਸ ਧੂੜ ਦੀ ਬਖਸ਼ਿਸ਼, ਸਪਰਸ਼ਤਾ ਦੀ ਬਖਸ਼ਿਸ਼ ਕਿ ਜਿਹਦੇ ਵਿੱਚ ਨਾਮ ਚੱਲਦਾ, ਸਿਮਰਨ ਚੱਲਦਾ, ਬੰਦਗੀ ਚੱਲਦੀ। ਜਿਉਂ ਲੋਹਾ ਪਾਰਸ ਸ਼ੁਭੈ, ਚੰਦਨ ਵਾਸ ਨਿੰਮ ਮਹਿਕਾਈ। ਪਸ਼ੂ ਪ੍ਰੇਤੋਂ ਦੇਵ ਕਰ, ਪੂਰੇ ਸਤਿਗੁਰ ਦੀ ਵਡਿਆਈ। ਝਰਨਾ ਝਰਦਾ ਨੀਚਰੋਂ, ਗੁਰਮੁਖ ਬਾਣੀ ਅਘੜ ਕਢਾਈ। ਅੱਗੇ ਭਾਈ ਸਾਹਿਬ ਕਹਿੰਦੇ ਨੇ ਰਾਮ ਕਬੀਰੈ ਭੇਦ ਨਾ ਪਾਈ। ਮੈਂ ਸਿਰਫ ਇਹ ਬੇਨਤੀ ਕੀਤੀ ਹੈ ਕਿ ਗੁਰਮਤਿ ਦਾ ਸਾਹਿਤ ਪੜ੍ਹਨ ਵਾਲਿਓ ਗੁਰਸਿੱਖੋ, ਕੋਈ ਸ਼ੱਕ ਨਹੀਂ ਪੜੀਆਂ ਪੁੜੀਆਂ ਚਰਨ ਧੂੜ ਦੀਆਂ ਬਣਾਈਆਂ ਹੁੰਦੀਆਂ ਨੇ। ਅਸੀਂ ਘਰ 'ਚ ਜਾ ਕੇ ਚਰਨ ਧੂੜ ਵੰਡਨੇ ਪਏ ਹਾਂ। ਮੇਰੀ ਇੱਕ ਬੇਨਤੀ ਏ ਕਿ ਜਿੰਨੀ ਦੇਰ ਤੱਕ ਸਾਡੀ ਆਸਥਾ ਵੀ ਨਹੀਂ, ਉਹ ਕੱਲੀ ਫਿਰ ਮਿੱਟੀ ਰਹਿ ਜਾਏਗੀ। ਜਦੋਂ ਗੁਰੂ ਦਰ 'ਤੇ ਕੋਈ ਲੰਘਦਾ ਹੈ, ਉਹਦੇ ਚਰਨਾਂ ਦੀ ਧੂੜ ਬੰਦੇ ਦਾ ਜੀਵਨ ਪਲਟ ਜਾਂਦੀ ਹੈ। ਆਓ ਅਸੀਂ ਗੁਰਮਤਿ ਦੇ ਮਹਾਨ ਵਿਦਵਾਨ, ਸਿੱਖੀ ਦੇ ਮਹਾਨ ਵੇਦ ਕਹਾਂਗਾ ਕਿ ਪ੍ਰਚਾਰਕ, ਵਿਆਖਿਆਕਾਰ, ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਲਿਖਾਰੀ ਭਾਈ ਗੁਰਦਾਸ ਸਾਹਿਬ ਦੀ ਰਚਨਾ 'ਚ ਦੇਖੀਏ ਕਿ ਚਰਨ ਧੂੜ ਦੇ ਅਰਥ ਕੀ ਨੇ। ਉਹਨਾਂ ਨੇ ਤਾਂ ਇੱਥੋਂ ਤੱਕ ਸ਼ਬਦ ਵਰਤੇ ਹੈ ਕਿ ਜੇਕਰ ਮੇਰੀ ਬਾਡੀ ਪੈਰ ਦੇ ਅੰਗੂਠੇ ਤੋਂ ਲੈ ਕੇ, ਦੇਖੋ ਗੁਰਸਿੱਖਾਂ ਤੋਂ ਕੁਰਬਾਨ ਨਾਨਕ ਵਖਾਣੈ ਬੇਨਤੀ ਜਿਨ ਸੱਚ ਪੱਲੇ ਹੋਏ, ਜਿਨ੍ਹਾਂ ਦੇ ਕੋਲ ਸੱਚ ਹੈ। ਮੈਂ ਉਹਦੇ ਅਰਥ ਕਰ ਦੇਣਾ, ਪਹਿਲਾਂ ਬਾਅਦ 'ਚ ਆਪਾਂ ਕਵਿੱਤੋਂ ਪੜ੍ਹ ਲੈਂਦੇ। ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਸ਼ਿਖਾ ਤੱਕ, ਕੇਸਾਂ ਦੀ ਜਿਹੜੀ ਚੋਟੀ ਹੈ ਜੂੜੇ ਤੱਕ, ਕਹਿੰਦੇ ਨੇ ਸਾਰੇ ਸਰੀਰ ਨੂੰ ਕੱਟ ਕੱਟ ਕੇ ਰੋਮ ਰੋਮ ਦੀ ਤਰ੍ਹਾਂ ਬਰੀਕ ਕਰ ਦਿਓ, ਇੰਨਾ ਸੂਖਸ਼ਮ ਹੋ ਜਾਏ। ਕਹਿੰਦੇ ਨੇ ਫਿਰ ਉਸ ਸਰੀਰ ਨੂੰ ਅੱਗ ਵਿੱਚ ਸਾੜ ਦਿੱਤਾ ਜਾਓ ਟੁਕੜੇ, ਉਹਨਾਂ ਨੂੰ ਚੱਕੀ ਵਿੱਚ ਪੀ ਦਿੱਤਾ ਜਾਏ। ਮੇਰੇ ਸਰੀਰ ਦੀ ਖਾਕ, ਮੇਰੀਆਂ ਹੱਡੀਆਂ ਦਾ ਚੂਰਾ, ਮੇਰੇ ਤਨ ਦੀ ਜਿਹੜੀ ਉਹ ਮਿੱਟੀ ਹੈ, ਉਹਨੂੰ ਉਹਨਾਂ ਰਸਤਿਆਂ 'ਚ ਸੱਟ ਦਿਓ ਜਿਨ੍ਹਾਂ ਰਸਤਿਆਂ 'ਚ ਅੰਮ੍ਰਿਤ ਵੇਲੇ ਪਰਮਾਤਮਾ ਦੀ ਭਜਨ ਬੰਦਗੀ ਸਿਮਰਨ ਕਰਨ ਵਾਲੇ ਗੁਰਸਿੱਖ ਨਿਕਲਦੇ ਨੇ। ਫਿਰ ਕਮਾਲ ਦੀ ਗੱਲ ਵੀ ਕੀ ਫਾਇਦਾ, ਆ ਸਰੀਰ ਸਵਾਹ ਹੋ ਗਿਆ, ਰਾਖ ਹੋ ਗਿਆ। ਕਹਿੰਦੇ ਉਹਨਾਂ ਰਾਹਾਂ 'ਚ ਬਖੇਰ ਦਿਓ ਜਿੱਥੋਂ ਉਹ ਗੁਰਸਿੱਖ ਲੰਘਦੇ ਨੇ, ਮਹਾਂਪੁਰਖ ਲੰਘਦੇ ਨੇ। ਕਿਉਂ ਜੀ? ਕਹਿੰਦੇ ਨੇ ਮੇਰੇ ਸਰੀਰ ਦੀ ਮਿੱਟੀ ਜੇ ਉਹਨਾਂ ਦੀਆਂ ਚਰਨਾਂ ਦੀਆਂ ਤਲੀਆਂ ਨਾਲ ਸਪਰਸ਼ ਕਰ ਗਈ, ਮੈਨੂੰ ਭਰੋਸਾ ਹੈ ਕਿ ਹੇ ਦਿਆਲੂ ਗੁਰਸਿੱਖੋ, ਹੇ ਕਮਾਈ ਵਾਲੇ ਗੁਰਸਿੱਖੋ, ਬੰਦਗੀ ਵਾਲੇ ਮਹਾਂਪੁਰਖੋ, ਤੁਹਾਡੇ ਚਰਨਾਂ ਦੀ ਤਲੀ ਮੇਰੇ ਸਰੀਰ ਦੀ ਮਿੱਟੀ ਨੂੰ ਛੂਹ ਗਈ ਤੇ ਸੱਚ ਐਵੇਂ ਮੇਰੇ ਵਰਗਾ ਬੰਦਾ ਵੀ ਮੁਕਤ ਹੋ ਜਾਏਗਾ। ਹੁਣ ਇਹ ਬਚਨ ਹੈ, ਮੈਂ ਆਪਣੇ ਕੋਲੋਂ ਕੋਈ ਸ਼ਬਦ ਨਹੀਂ ਕਹਿ ਰਿਹਾ, ਇਹ ਬਚਨ ਨੇ। ਨੱਕ ਸਿਸ ਲਓ, ਨੱਕ ਦਾ ਅਰਥ ਹੈ ਪੈਰ ਦਾ ਨਾਖੂਨ, ਪੈਰ ਦਾ ਨਹੁੰ, ਸਿਸ ਦਾ ਅਰਥ ਹੈ ਚੋਟੀ। ਨੱਕ ਸਿਸ ਲਓ, ਸਗਲ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਣ ਕੇ ਚਰਨ ਪਰ ਵਾਰੀਐ। ਇਹ ਕੱਟ ਕੱਟ ਕੇ ਗੁਰਸਿੱਖਾਂ ਤੋਂ ਕੁਰਬਾਨ ਕਰੋ। ਭਾਈ ਸਾਹਿਬ ਨੇ ਤੇ ਇੱਥੋਂ ਤੱਕ ਸ਼ਬਦ ਵਰਤਿਆ ਹੈ ਜਦੋਂ ਉਹਨਾਂ ਦੀ ਰਚਨਾ ਪੜ੍ਹਦੇ ਹਾਂ ਕਿ ਮੇਰੀ ਖੋਲੋਂ ਮੌਜੜੇ ਗੁਰਸਿੱਖ ਹੰਢਾਉਂਦੇ। ਮੌਜੜੇ ਦਰ ਤੇ ਚਰਨਾਂ ਦੀ ਧੂੜ, ਮੇਰੀ ਖੱਲ ਦੇ ਮੌਜੜੇ ਦਰ ਤੇ ਜੋੜੇ ਜੁੱਤੀ, ਮੇਰੀ ਚਮੜੀ ਦੇ ਬਣੇ ਜੁੱਤੇ ਗੁਰਸਿੱਖ ਹੰਢਾਣ। ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਢਾਉਂਦੇ, ਮਸਤਕ ਲੱਗੇ ਸਾਧ ਰੇਣ ਵਡਭਾਗ ਜਿਨ੍ਹਾਂ ਦੇ। ਉਹੀ ਮਹਾਂਪੁਰਖ ਆਪਣੇ ਕਵਿਤਾਂ 'ਚ ਕਰ ਰਹੇ ਨੇ ਬਖਸ਼ਿਸ਼। ਨੱਕ ਸਿਸ ਲਓ, ਸਗਲ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਣ ਕੇ ਚਰਨ ਪਰਵਾਰੀਐ। ਅਗਨ ਜਲਾਏ ਫੁਨ ਪੀਸਨ ਪਸਾਏ, ਤਾਹੀਂ ਲੈ ਉੱਡੈ ਪਵਨ ਕੋਈ ਅਨਕ ਪ੍ਰਕਾਰੀਐ। ਅੱਗੇ ਸਾੜ ਦਿਓ, ਚੱਕੀ 'ਚ ਪੀ ਦਿਓ, ਹਵਾ ਇਹਨੂੰ ਲੈ ਕੇ ਉੱਡ ਜਾਏ। ਅਗਨ ਜਲਾਏ ਫੁਨ ਪੀਸਨ ਪਸਾਏ, ਤਾਹੀਂ ਲੈ ਉੱਡੈ ਪਵਨ ਕੋਈ ਅਨਕ ਪ੍ਰਕਾਰੀਐ। ਜਤ ਕਤ ਸਿੱਖ ਪੱਗ ਧਰੈ ਗੁਰ ਪੰਥ ਪ੍ਰਾਤ। ਇਸ ਤੁਕ ਵੱਲ ਧਿਆਨ ਦਿਆ ਜੇ। ਤਲੀ ਖਾਕ ਦਾਨ ਮਕਿੰਡਾ ਤਲੀ ਖਾਕ। ਜਤ ਕਤ ਸਿੱਖ ਪੱਖ, ਆਪਣੇ ਚਰਨ ਸਿੱਖ ਜਿਨ੍ਹਾਂ ਰਸਤਿਆਂ ਤੋਂ ਲੰਘ ਕੇ ਗੁਰੂ ਦਰਬਾਰ ਜਾਂਦਾ, ਉੱਥੇ ਉੱਥੇ ਮੇਰੇ ਤਨ ਦੀ ਭਸਮ ਨੂੰ ਖਿਲਾਰ ਦਿਆ ਜੇ। ਮਹਾਰਾਜ ਜੀ ਦੇ ਬੋਲ, ਨੱਕ ਸਿਸ ਲਓ, ਸਗਲ ਅੰਗ ਰੋਮ ਰੋਮ ਕਰ,
काट काट शिखर के चरण पर वारिय, अग्न जलाए फुन पीसन पसायताएं, लय हुडै पवन कोई अनक प्रकारिय, जत कत सिख पग धरै पंथ प्रात, ताहू ताहू मार्ग में भस्म को डारिय, मेरी राख उते सट दियो, ते पद पादक चरण लिव लागी रहे, दया कै दयाल मोहे पत उधारिय। गरीबां ते दया करन वाले गुरसिखो, तुहाडे चरनां दी स्पर्शता मेरे वर्गे पापी दा पार उतारा करदा। मैं अर्ज करांगा इस पौड़ी नूं शलोकां नाल मिलत बना के देखो। गुरुदेव दे बचन, दान पौड़ी, दान महिंडा तली खाक, मेरे वास्ते सब तो वड्डा दान ये वे प्रभु, हे परमेश्वर, जिन्हां ने कूड़ दे पड़दे पाड़ दिते, कूड़ दी पाल तोड़ दिती, जिन्हां दे पल्ले नरोल सच है, दान महिंडा तली खाक, उन्हां दे तलियां दी खाक, उन्हां दे पैरां दी खाक, उन्हां दे पैरां दी धूड़, किरपा करो जे मिले, जे किते वो महापुरख कमाई वाले किते मिल जान, वो धूड़ मैनू मिल जावे, तां साहिब कहंदे ता मस्तक लाइए, मस्तक दा अर्थ है मत्था, उन्हां महापुरखां दे चरनां दी तलियां दी धूड़ मिल जाए तो मैं अपने मस्तक ते लावां। दान महिंडा तली खाक, जे मिले तां मस्तक लाइए, कूड़ा लालच छड्डिए। महाराज कहंदे ने कि सच एवे कि जे धूड़ मिले वो परपंच ना जाए। भाई सजणों, उस धूड़ की तुफैलिश एक किरपा हो जाए कि जिहड़ा झूठा लालच है ना, जिवें उत्ते कूड़ दा महाराज जी ने जिक्र किया, कूड़ा लालच छड्डिए, खोए एक मन अलख त्याइए। ये पौड़ी की दूसरी तुक है जी, झूठा लालच छड्ड दईए। झूठा लालच इहदा मतलब जो कूड़ विच प्रवृत्त करदा है, उस लालच नूं त्याग दे, छड्ड दे। उंज वैसे जिहड़ा लालच लफ्ज़ है, इनू ध्यान नाल जे पढ़ीए, इहदा अर्थ है जो परमात्मा ने अपने कोलों बख्शिश कीता, उस अपनी मिली कोई दात ते संतुष्ट जो ने दे दिती, ਉਹਦੇ 'ਚ संतुष्ट ना रह के संसार दे दूजे लोकां दी धन जमीन पदार्थ उत्ते अपनी तमा वाली नज़र रखनी, इनू लालच कह सकने। ते सच एवे जिहड़ा बंदा कूड़े लालच फस जाता है, झूठे लालच फस जाता है, ਉਹਦੀ जिंदगी विच छुटना बड़ा मुश्किल हो जाता। मैं कहना लालच वाली जिहड़ी अंदर दी बिरती है, जे इनू चेंज कर लिया जाए थोड़ा जिहा, है तो ही चीज़, इस शक्ति का मूँह बदल दईए। किवें? जिवें हर बंदे नू इच्छा है कि मैं इस महीने च इन्ना कमाया, अगले साल इन्ना कमावां, लालच ही है ना। जे किते ढलदे होए जिंदगी दे दिनां च इस तरह बना लीए कि ज्यों ज्यों उम्र ढलदी पई है, त्यों त्यों मेरे जीवन च परमात्मा की बंदगी सिमरन इबादत मैं वध तो वध इकट्ठा करना है, तो सच एवे कि अंदर बख्शिश वरतेगी। पर जे कहिए जी इस लालच विच फस के साडा छुटकारा, सवाल ही नहीं पैदा हुंदा। मैं चलो एक उदाहरण बाणी चो होर दे देना। कूड़ा लालच कई बार बंदे नूं इहो जिहा फसांदा है कि बड़े बड़े सियाणे चलाक चुस्त सियाणप वाले बंदे वो भी लालच के बंधन विच नचदे देखे। ये नचांदा है, संतोख अंदर नूं टिकांदा है, लालच नचांदा है। बाणी च एक प्रमाण गुरु ग्रंथ साहिब विच बड़ी बड़ी आया है। कबीर साहब ने इहदी वरतों भी अपनी रचना च कीती है। तुसीं देखदे हो बांदर बहुत चंचल जानवर है, बड़ा शोला चलाक है। जिहड़ा अत दा चलाक जानवर है, तुसीं देखदे हो उहदे गल च पाई कोई संगली, वो इस एक बंदे दे इशारियां ते वो नचदा भी है, वो टपदा भी है। कई बारी तुसीं देखदे हो कलंदर जदों कहंदा बांदर नूं, वो कलाबाजियां भी मारदा है। ਉਹਦੇ ਕਹਿਣ ਤੇ कई तरह के वो अपने शरीर के एक्शन करता है बड़ा चलाक। गुरु ग्रंथ साहिब ने कहा ਉਹਦੇ नचण का कारण ਉਹਦੇ लालच की तृष्णा की गुलामी है। जदों बांदर नूं पकड़ते सन पुरातन समय,
जिथे बांदर बहुत उन्हें जंगल भी जाना, एक बर्तन लै लेंदे सन मिट्टी का। उस बर्तन का मूँह जिहड़ा सी ਉਹ ਉੱਪਰੋਂ ਸੌੜਾ ਹੁੰਦਾ ਸੀ, ਥੱਲਿਓਂ ਬਰਤਨ ਦਾ ਆਕਾਰ ਵੱਡਾ ਹੋਣਾ, ਤੇ ਪਕੜਨ ਵਾਲਿਆਂ ਨੇ ਉਸ ਮਿੱਟੀ ਦੇ ਬਰਤਨ ਵਿੱਚ ਭੁੱਜੇ ਹੋਏ ਛੋਲੇ ਚਨੇ ਪਾ ਦੇਣੇ। ਬਾਂਦਰ ਆਇਆ, ਆਪ ਪਕੜਨ ਵਾਲਾ ਕਲੰਦਰ ਲੁਕ ਗਿਆ। ਹੁਣ ਉਸ ਬਾਂਦਰ ਨੇ ਜਦੋਂ ਹੱਥ ਖਾਲੀ ਉਹਨੇ ਆਪਣਾ ਹੱਥ ਉਸ ਬਰਤਨ ਦੇ ਵਿੱਚ ਪਾਇਆ, ਉਸ ਭਾਂਡੇ ਚਲਾ ਗਿਆ, ਖਾਲੀ ਹੱਥ ਤਾਂ ਬਰਤਨ ਵਿੱਚ ਪਹੁੰਚ ਗਿਆ। ਉਹਨੇ ਜਿਹੜੇ ਭੁੱਜੇ ਹੋਏ ਚਣੇ ਨੇ, ਛੋਲੇ ਨੇ, ਉਹਨਾਂ ਨਾਲ ਆਪਣੇ ਹੱਥਾਂ ਦੀ ਆਪਣੀ ਮੁੱਠੀ ਭਰ ਲਈ। ਹੁਣ ਕੁਦਰਤੀ ਤੌਰ 'ਤੇ ਖਾਲੀ ਹੱਥ, ਛੋਟੇ ਮੂੰਹ ਵਾਲੇ ਬਰਤਨ, ਛੋਟੇ ਆਕਾਰ ਵਾਲਾ ਜੋ ਮੂੰਹ, ਉਹਦੇ ਵਿੱਚ ਧੱਸ ਜਾਏਗਾ। ਜਦੋਂ ਮੁੱਠੀ ਵਿੱਚ ਚਣੇ ਹੋਣਗੇ, ਕੁਦਰਤੀ ਤੌਰ 'ਤੇ ਹੱਥ ਦੀ ਮੁੱਠੀ ਦਾ ਆਕਾਰ ਵਧੇਗਾ। ਹੁਣ ਉਹ ਚਣਿਆਂ ਦੀ ਮੁੱਠੀ ਭਰ ਕੇ ਬਾਹਰ ਕੱਢਣੀ ਚਾਹੁੰਦਾ ਹੈ, ਤੇ ਬਰਤਨ ਦਾ ਮੂੰਹ ਸੌੜਾ ਹੈ, ਮੁੱਠੀ ਬਾਹਰ ਨਹੀਂ ਨਿਕਲਦੀ। ਜੇ ਹੱਥ ਬਾਹਰ ਕੱਢਦਾ ਤੇ ਛੋਲੇ ਵਿੱਚ ਛੁੱਟਦੇ ਨੇ, ਜੇ ਛੋਲੇ ਬਾਹਰ ਕੱਢਣ ਦਾ ਯਤਨ ਕਰਦਾ ਤੇ ਭਾਂਡੇ ਵਿੱਚੋਂ ਹੱਥ ਨਹੀਂ ਨਿਕਲਦਾ। ਹੁਣ ਉਹਨੂੰ ਇੱਕ ਚਲਿਆਂ ਦੀ ਮੁੱਠੀ ਦਾ ਲਾਲਚ ਹੈ। ਉਹ ਉਸ ਲਾਲਚ ਨੂੰ ਰੱਖ ਕੇ ਉਹਦੇ ਵਿੱਚੋਂ ਚਣੇ ਛੱਡਣ ਨੂੰ ਤਿਆਰ ਨਹੀਂ। ਖੁੰਦਾ ਕੀ ਹੈ, ਜਦੋਂ ਉਹ ਘੋਲ ਕਰ ਰਿਹਾ ਹੈ ਕਿ ਇਹ ਮੁੱਠੀ ਭਰੀ ਕੋਈ ਚਣਿਆਂ ਦੀ ਬਾਹਰ ਨਿਕਲ ਜਾਏ, ਉਹਨੂੰ ਚੁਗਿਰਦਾ ਭੁੱਲ ਜਾਂਦਾ। ਇੰਨੀ ਦੇਰ ਨੂੰ ਜਿੰਨੇ ਮਿੱਟੀ ਦਾ ਬਰਤਨ ਦੱਬਿਆ, ਉਹ ਕਲੰਦਰ ਹੁੰਦਾ ਹੈ, ਉਹ ਅਕੜ ਪਾ ਕੇ ਗਲਾਵਾਂ ਪਾਉਂਦਾ ਹੈ, ਰੱਸਾ ਪਾ ਕੇ ਉਸ ਬਾਂਦਰ ਨੂੰ ਆਪਣਾ ਗੁਲਾਮ ਕਰ ਲੈਂਦਾ ਹੈ। ਆਪਣੇ ਘਰ ਲਿਜਾ ਕੇ ਉਹਨੂੰ ਡਰਾ ਕੇ, ਕੁੱਟ ਕੇ, ਲਾਲਚ ਦੇ ਕੇ, ਸੱਚ ਐਵੇਂ ਉਹ ਇੰਨਾ ਕੁਝ ਸਿਖਾ ਦਿੰਦਾ ਹੈ ਕਿ ਹੁਣ ਉਹੀ ਬਾਂਦਰ ਜਿਹੜਾ ਅੱਤ ਦਾ ਚਲਾਕ ਚੁੱਸ ਸੀ, ਉਹ ਲੋਕਾਂ ਦੇ ਦਰਵਾਜ਼ਿਆਂ ਦੇ ਉੱਪਰ ਜਾ ਕੇ ਨਾਚ ਕਰਦਾ ਹੈ, ਸਾਰਾ ਦਿਨ ਨੱਚਦਾ ਹੈ। ਕਬੀਰ ਸਾਹਿਬ ਕਹਿੰਦੇ, ਭਲੇ ਲੋਕੋ ਛੱਡ ਦਿਓ ਕੂੜੇ ਲਾਲਚ ਨੂੰ। ਬਾਂਦਰ ਲੋਕਾਂ ਦੇ ਬੂਹਿਆਂ ਉੱਤੇ ਦਰ ਤੇ ਨੱਚਦਾ ਚਣਿਆਂ ਦੀ ਮੁੱਠੀ ਦੀ ਖਾਤਰ। ਕਈ ਵਾਰੀ ਇਨਸਾਨ ਥੋੜੇ ਲਾਲਚ ਦੀ ਖਾਤਰ ਕਈ ਜਨਮ ਦੁਨੀਆ ਦੇ ਦਰਵਾਜ਼ਿਆਂ ਤੇ ਨੱਚਦਾ। ਕਬੀਰ ਸਾਹਿਬ ਦਾ ਅੰਮ੍ਰਿਤ ਬੋਲ ਹੈ, ਮਰਕਟ ਮੁਸ਼ਟੀ ਅਨਾਜ ਕੀ, ਮਨ ਬੌਰਾ ਰੇ, ਲੀਨੇ ਹਾਥ ਪਸਾਰ। ਹੱਥ ਖੋਲ ਕੇ ਉਹਨੂੰ ਪਕੜ ਤਾਂ ਲਿਆ, ਪਰ ਕਾਬੂ ਆ ਗਿਆ ਕਲੰਦਰ ਦੇ। ਮਰਕਟ ਮੁਸ਼ਟੀ ਅਨਾਜ ਕੀ, ਮਨ ਬੌਰਾ ਰੇ, ਲੀਨੇ ਹਾਥ ਪਸਾਰ। ਛੂਟਨ ਕੋ ਸਹਿਸਾ ਪਰਿਆ ਮਨ ਬੌਰਾ ਰੇ, ਨਾਚੋ ਘਰ ਬਾਰ। ਬਸ ਉਹ ਲਾਲਚ ਨੇ ਪਿਆਰਿਓ, ਸਾਨੂੰ ਤਾਂ ਕਈ ਤਰ੍ਹਾਂ ਦਾ ਲਾਲਚ। ਸਤਿਗੁਰੂ ਅੱਜ ਕਹਿੰਦੇ ਨੇ, ਉਹ ਭਾਈ ਸਿੱਖੋ, ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ, ਕੂੜਾ ਲਾਲਚ ਛੱਡੀਏ। ਝੂਠੇ ਲਾਲਚ ਨੂੰ ਤਿਆਗ ਦੇ, ਇਹਨੇ ਕਿੰਨਾ ਕੁ ਤੈਨੂੰ ਸੁੱਖ ਦੇਣਾ ਹੈ। ਫਿਰ ਇੱਕ ਕੰਮ ਕਰ ਕੀ ਹੋਏ, ਇੱਕ ਮਨ ਅਲੱਖ ਧਿਆਈਏ। ਅਲੱਖ ਦਾ ਅਰਥ ਜਿਹਨੂੰ ਲਖਿਆ ਨਹੀਂ ਜਾ ਸਕਦਾ, ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ। ਤੂੰ ਇੱਕ ਕੰਮ ਕਰ, ਇੱਕ ਮਨ ਦਾ ਅਰਥ ਇਕਾਗਰ ਹੋ ਕੇ। ਹਾਲਾਂਕਿ ਇੱਕ ਮਨ ਬੜਾ ਮੁਸ਼ਕਲ ਬਣਦਾ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਇਹਦੀਆਂ ਤਾਂ ਤਰੰਗਾਂ ਹੀ ਬੜੀਆਂ ਨੇ। ਇੱਥੋਂ ਤੱਕ ਮੈਂ ਇੱਕ ਵਾਰ ਅਰਜ਼ ਕੀਤੀ ਸੀ, ਮਨ ਕਿੰਨੀਆਂ ਕੁ ਲਹਿਰਾਂ ਉੱਠਦੀਆਂ ਨੇ। ਇੰਨਾ ਤੇਜ਼ ਹੈ ਪਿਆਰਿਓ, ਇੱਕ ਘੜੀ 'ਚ ਪਤਾ ਨਹੀਂ ਕਿੱਥੇ ਦਾ ਕਿੱਥੇ ਪਹੁੰਚ ਜਾਂਦਾ ਹੈ। ਗੁਰਬਾਣੀ ਨੇ ਤਾਂ ਇਹਨੂੰ ਇੱਥੋਂ ਤੱਕ ਤੁਲਨਾ ਦਿੱਤੀ ਉਹ ਸ਼ਕਤੀ ਨਾਲ, ਜਿਹੜੀ ਇੱਕ ਖਿੰਨ ਵਿੱਚ ਪਤਾਲਾਂ ਆਕਾਸ਼ਾਂ 'ਤੇ ਪਤਾ ਨਹੀਂ ਕਿੱਥੇ ਕਿੱਥੇ ਘੁੰਮ ਕੇ ਆ ਜਾਂਦੀ। ਕਬਹੂ ਜੀੜਾ ਊਬ ਚੜ੍ਹਤ ਕਹਿ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤਾ ਚਾਰੇ ਕੁੰਡਾਂ ਪਾਲੇ। ਇੱਥੇ ਮਹਾਰਾਜ ਕਹਿੰਦੇ ਮਨ ਇੱਕ ਮਨ ਹੋ ਕੇ। ਇਹਦਾ ਮਤਲਬ ਤੇਰੇ ਮਨ 'ਚ ਫੁਰਨੇ ਹੋਰ ਨਾ ਉੱਠਣ, ਤੇਰੇ ਮਨ 'ਚ ਖਿਆਲ ਹੋਰ ਨਾ ਉਪਜਣ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਇੱਕ ਮਨ ਹੋ ਕੇ ਕਿਵੇਂ ਜਪੀਏ। ਧਿਆਨ ਲੱਗਿਆ, ਇੱਕ ਅਰਦਾਸ ਕਰੀਏ, ਹੇ ਪ੍ਰਭੂ, ਹੇ ਵਾਹਿਗੁਰੂ, ਕਿਰਪਾ ਕਰੋ, ਆਪ ਜੀ ਦੀ ਇਬਾਦਤ ਕਰਨ ਲੱਗਾ, ਇੱਕ ਮਨ ਹੋ ਕੇ ਮੈਨੂੰ ਸਿਮਰਨ ਕਰਨ ਦੀ ਦਾਤ ਦੇ ਦਿਓ। ਇਹ ਮਨ ਜਦੋਂ ਵੀ ਖਿੰਡਦਾ ਹੈ, ਇਹ ਵਰਤਮਾਨ 'ਚ ਬੜਾ ਘੱਟ ਰਹਿੰਦਾ ਹੈ, ਜਾਂ ਤਾਂ ਬੀਤੀਆਂ ਹੋਈਆਂ ਯਾਦਾਂ 'ਚ ਖਚਤ ਰਹਿੰਦਾ ਹੈ, ਤੇ ਜਾਂ ਫਿਰ ਇਹ ਮਨ ਆਉਣ ਵਾਲੇ ਭਵਿੱਖ ਦੀ ਚਿੰਤਾ ਵਿੱਚ ਗਰਸਿਆ ਰਹਿੰਦਾ ਹੈ। ਫਿਰ ਬੇਨਤੀ ਸੁਣੋ, ਇੱਕ ਮਨ ਕਿਉਂ ਨਹੀਂ ਹੁੰਦਾ? ਇੱਥੇ ਲਫ਼ਜ਼ ਵਰਤਿਆ ਇੱਕ ਮਨ। ਇੱਕ ਮਨ ਦਾ ਅਰਥ ਦੋ ਮਨ ਨਹੀਂ, ਤਿੰਨ ਮਨ ਨਹੀਂ, ਖਿੰਡਾ ਨਾ ਬਣੇ। ਇਹ ਜਦੋਂ ਵੀ ਸਿਮਰਨ ਕਰ ਲੱਗੋ, ਬਾਣੀ ਪੜ੍ਹਨ ਲੱਗੋ,
ਇੰਨਾ ਚਲਾਕ ਹੈ, ਸਾਲਾਂ ਬੱਧੀ ਬੀਤੀਆਂ ਹੋਈਆਂ ਘਟਨਾਵਾਂ ਨੂੰ ਇਹ ਪਰਤ ਕੇ ਜਿੰਦੀਆਂ ਕਰ ਲੈਂਦਾ, ਉਜਾਗਰ ਕਰ ਲੈਂਦਾ। ਮਨ ਉਹਦੇ 'ਚ ਉਡਾਰੀਆਂ ਮਾਰਦਾ ਰਹਿੰਦਾ। ਜਿਹੜੇ ਮਰ ਚੁੱਕੇ ਨੇ ਉਹਨਾਂ ਨਾਲ ਗੱਲਾਂ ਕਰੀ ਜਾਂਦਾ। ਜਿਹੜੀਆਂ ਵਾਪਰੀਆਂ ਹੋਈਆਂ ਮੰਦੀਆਂ ਘਟਨਾਵਾਂ ਨੇ ਜ਼ਿੰਦਗੀ ਦੀਆਂ, ਉਹਨਾਂ ਨਾਲ ਆਪਣਾ ਚਿੰਤਨ ਕਰੀ ਜਾਂਦਾ। ਇੱਕ ਮਨ ਹੋ ਕੇ ਨਹੀਂ ਜਪ ਸਕਦਾ। ਫਿਰ ਜਾਂ ਇਹਨੂੰ ਚਿੰਤਾ ਲੱਗੀ ਰਹਿੰਦੀ ਆਉਣ ਦੀ, ਕਰਦਾ ਸਿਮਰਨ ਹੁੰਦਾ ਗੁਰਦੁਆਰੇ ਤੇ ਚਿੰਤਾ ਲੱਗੀ ਰਹਿੰਦੀ ਹੈ, ਦੁਕਾਨ ਖੋਲ੍ਹਣੀ ਹੈ, ਅੱਜ ਕੰਮ ਕਰਨਾ। ਮੇਰੇ ਕਹਿਣ ਤੋਂ ਮੁਰਾਦ ਇੱਕ ਮਨ ਕੀਤੀ ਕੋਈ ਭਗਤੀ ਦਾ ਬੜਾ ਵੱਡਾ ਅਸਰ ਹੈ। ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਰਚਨਾ 'ਚ ਇਕਾਗਰਤਾ ਦਾ, ਇੱਕ ਮਨ ਦਾ ਬੜਾ ਜ਼ੋਰ ਦਿੱਤਾ। ਸੁਲਤਾਨਪੁਰ ਦੀ ਉਹ ਘਟਨਾ, ਇੱਕ ਮਨ ਦਰ ਤੇ ਹਜ਼ੂਰੀ 'ਚ ਜਾਣਾ, ਹਾਜ਼ਰ ਨਾਜ਼ਰ ਜਾਣ ਕੇ ਪਰਮਾਤਮਾ ਦੀ ਇਬਾਦਤ ਕਰਨੀ, ਉਹ ਹੈ ਸੁਲਤਾਨਪੁਰ ਦੀ ਉਹ ਘਟਨਾ। ਜਦੋਂ ਗੁਰਦੇਵ ਨੇ ਕਿਹਾ ਨਾ ਕੋਈ ਹਿੰਦੂ ਨਾ ਮੁਸਲਮਾਨ, ਉਸ ਵਕਤ ਨਵਾਬ ਦੌਲਤ ਖਾਂ ਨੇ, ਉੱਥੋਂ ਦੇ ਕਾਜ਼ੀ ਨੇ ਇਹ ਸ਼ਬਦ ਕਹੇ ਸਨ ਕਿ ਤੁਸੀਂ ਸਾਡੇ ਨਾਲ ਮਸਜਿਦ ਵੀ ਚੱਲ ਕੇ, ਮਸੀਤ ਵੀ ਚੱਲ ਕੇ ਨਮਾਜ਼ ਅਦਾ ਕਰੋ। ਮੈਂ ਸਾਖੀ ਸੁਣਾਉਣ 'ਚ ਨਹੀਂ, ਕੇਵਲ ਮੈਂ ਬੇਨਤੀ ਕਰ ਰਿਹਾ, ਅਸੀਂ ਸਾਖੀਆਂ ਸੁਣਾਉਂਦੇ ਹਾਂ ਇੱਕ ਮਨ ਬਾਰੇ। ਉਹ ਕੱਲੀ ਕਾਜ਼ੀ ਲਈ, ਦੌਲਤ ਖਾਂ ਲਈ ਨਹੀਂ ਸੀ। ਹੁਣ ਜਦੋਂ ਨਮਾਜ਼ ਪੜ੍ਹੀ ਜਾ ਰਹੀ ਹੈ, ਉਸ ਵਕਤ ਕਾਜ਼ੀ ਨਮਾਜ਼ ਪੜ੍ਹ ਰਿਹਾ ਹੈ, ਸੁਲਤਾਨਪੁਰ ਦਾ ਨਵਾਬ ਵਿੱਚ ਖਲੋਤਾ ਹੈ, ਹੋਰ ਇਸਲਾਮਿਕ ਮਤ ਨੂੰ ਮੰਨਣ ਵਾਲੇ ਮੁਸਲਮਾਨ ਖਲੋਤੇ ਨੇ। ਨਮਾਜ਼ ਪੜ੍ਹਦਿਆਂ ਗੁਰਦੇਵ ਹੱਸ ਰਹੇ ਨੇ, ਉਹਨਾਂ ਦੇ ਚਿਹਰੇ 'ਤੇ ਨਿੰਮੀ ਨਿੰਮੀ ਮੁਸਕਾਨ ਹੈ। ਪਰ ਕਾਜ਼ੀ ਜਦੋਂ ਅੱਖ ਬਚਾ ਕੇ ਦੇਖਦਾ ਹੈ, ਨਵਾਬ ਅੱਖ ਬਚਾ ਕੇ ਦੇਖਦਾ, ਅੰਦਰ ਕਲਪਦਾ। ਨਮਾਜ਼ ਪੂਰੀ ਹੋਈ, ਉਹਨਾਂ ਨੇ ਉੱਤੇ ਸ਼ਬਦ ਕਹਿ, ਨਾਨਕ ਤੂੰ ਮਜ਼ਾਕ ਦੇ ਨਮਾਜ਼ ਦੀ ਤੋਹੀਨ ਕੀਤੀ, ਤੂੰ ਮਜ਼ਾਕ ਉਡਾਇਆ। ਮਹਾਰਾਜ ਕਹਿੰਦੇ ਨੇ ਕਿਉਂ? ਉਹ ਕਹਿੰਦਾ ਤੁਸੀਂ ਨਮਾਜ਼ ਵੀ ਸਾਡੇ ਨਾਲ ਸ਼ਾਮਲ ਨਹੀਂ ਹੋਏ, ਸਜਦੇ 'ਚ ਨਹੀਂ ਗਏ। ਗੁਰੂ ਸਾਹਿਬ ਨੇ ਕਿਹਾ ਮੈਂ ਤੋਹੀਨ ਨਹੀਂ ਕੀਤੀ, ਨਮਾਜ਼ ਦਾ ਮਜ਼ਾਕ ਤਾਂ ਤੁਸਾਂ ਨੇ ਉਡਾਇਆ, ਅਸਾਂ ਨੇ ਕਿਵੇਂ ਉਡਾਇਆ? ਸਤਿਗੁਰੂ ਨੇ ਉੱਤੇ ਸ਼ਬਦ ਕਿਹਾ, ਕਾਜ਼ੀ ਆਪਣੇ ਮਨ ਨੂੰ ਪੁੱਛ ਕੇ ਦੇਖ, ਮੈਂ ਇਸ ਕਸ ਕੇ ਮੁਰਖਸ ਕਰਾਇਆ ਸਾਂ, ਤੂੰ ਸਰੀਰਕ ਤੌਰ 'ਤੇ ਮਸੀਤ ਵਿੱਚ ਖੋਲ੍ਹਾ ਹੈ, ਮਸਜਿਦ ਵਿੱਚ ਖਲੋਤਾ ਹੈ, ਪਰ ਤੇਰਾ ਅੰਦਰ, ਤੇਰੇ ਘਰ ਰਾਤ ਸੂਈ ਹੋਈ ਘੋੜੀ, ਉਹਦੇ ਬੱਚੇ ਪਿੱਛੇ, ਵਸ਼ੇਰੀ ਪਿੱਛੇ ਤੁਰਿਆ ਫਿਰਦਾ ਹੈ ਕਿ ਘਰ ਵਿੱਚ ਕੂਪ ਖੂਹਾ ਹੈ ਕਿ ਕਿਤੇ ਇਹ ਘੋੜੀ ਦੀ ਵਸ਼ੇਰੀ ਉਸ ਖੂਹ ਵਿੱਚ ਨਾ ਡਿੱਗ ਪਵੇ। ਉਹ ਤੂੰ ਰੱਬ ਦੇ ਕਲਮੇ ਦੀ ਮਜ਼ਾਕ ਤੂੰ ਉਡਾਇਆ। ਜ਼ਬਾਨ ਤੋਂ ਤੂੰ ਬੋਲ ਰਿਹਾ ਸੈਂ, ਪਰ ਮਨ ਤੇਰਾ ਖਿੰਡਿਆ ਹੋਇਆ ਸੀ, ਤੂੰ ਨਮਾਜ਼ ਵਿੱਚ ਨਹੀਂ। ਕਾਜ਼ੀ ਸੱਚਮੁੱਚ ਚੁੱਪ ਕਰ ਗਿਆ। ਮੈਂ ਸ਼ਬਦ ਕਹਿ ਰਿਹਾ, ਕੂੜਾ ਲਾਲ ਛੱਡ ਦਈਏ, ਇੱਕ ਮਨ ਹੋ ਕੇ ਧਿਆਈਏ। ਨਵਾਬ ਨੇ ਸੋਚਿਆ ਚਲੋ ਕਾਜ਼ੀ ਤਾਂ ਨਹੀਂ ਉੱਤਰ ਦੇ ਸਕਿਆ। ਉਹਨੇ ਕਿਹਾ ਮਹਾਰਾਜ ਜੇ ਚਲੋ ਕਹਿੰਦੇ ਹੋ ਕਿ ਇਹਨੇ ਮਜ਼ਾਕ ਉਡਾਇਆ, ਮੈਂ ਤਾਂ ਨਮਾਜ਼ ਪੜ੍ਹ ਰਿਹਾ ਸਾਂ, ਮੈਂ ਤਾਂ ਖਲੋਤਾ ਹੋਇਆ ਤੁਹਾਡੇ ਸਾਹਮਣੇ ਨਮਾਜ਼ ਅਦਾ ਕਰ ਰਿਹਾ। ਉੱਥੇ ਗੁਰਦੇਵ ਨੇ ਸ਼ਬਦ ਕਹਿਣ ਲੱਗੇ, ਦੌਲਤ ਖਾਂ ਤੇਰਾ ਮਨ ਤਾਂ ਇੰਨਾ ਖਿੰਡਿਆ ਹੋਇਆ ਸੀ, ਕਾਜ਼ੀ ਸਿਰਫ ਸੁਲਤਾਨਪੁਰ ਵਿੱਚ ਆਪਣੇ ਘਰ ਵੀ ਸੀ, ਤੂੰ ਤਾਂ ਕਾਬਲ ਦੀ ਧਰਤੀ 'ਤੇ ਘੋੜਿਆਂ ਦਾ ਵਣਜ ਵਪਾਰ ਕਰ ਰਿਹਾ ਸੀ, ਤੂੰ ਤਾਂ ਘੋੜਿਆਂ ਦਾ ਬਿਜ਼ਨਸ ਕਰ ਰਿਹਾ ਸੀ। ਉਹਨਾਂ ਨੇ ਚਰਨ ਪਕੜ ਲਏ। ਅਸੀਂ ਇਹ ਘਟਨਾ ਸਾਰੇ ਸੁਣਾਉਂਦੇ ਹਾਂ ਮਹਾਰਾਜ ਜੀ ਦੀ ਸੁਲਤਾਨਪੁਰ ਦੀ, ਪਰ ਗੁਰਸਿੱਖੋ ਇਹਨੂੰ ਕੱਜੇ ਕੱਲੇ ਕਾਜ਼ੀ ਤੇ ਨਵਾਬ ਨਾਲ ਮਤ ਜੋੜੋ। ਜੇ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਦੀ ਮਸੀਤ 'ਚ ਖਲੋ ਕੇ ਖਿੰਡੇ ਹੋਏ ਮਨ ਨਾਲ, ਜਿਹੜੇ ਇੱਕ ਮਨ ਵਾਲੇ ਨਹੀਂ, ਖਿੰਡੇ ਹੋਏ ਮਨ ਨਾਲ ਇਬਾਦਤ ਕਰਦੇ ਨੇ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਨੂੰ ਦੇਖ ਕੇ ਮੁਸਕਰਾਉਂਦੇ ਨੇ। ਯਾਦ ਰੱਖਿਓ, ਜਦੋਂ ਅਸੀਂ ਜਪਜੀ ਸਾਹਿਬ ਦਾ ਪਾਠ ਗੁਟਕਾ ਲੈ ਕੇ ਕਰਨੇ ਆ, ਸੁਖਮਨੀ ਸਾਹਿਬ ਦਾ ਪਾਠ ਕਰਨੇ ਆ, ਨਿਤਨੇਮ ਕਰਨੇ ਆ, ਬਾਣੀ ਪੜ੍ਹਨੇ ਆ, ਪਿਆਰਿਓ ਰਟਨ ਕਰੀ ਜਾਂਦੇ ਆ, ਮਨ ਨੂੰ ਟਿਕਾਉਣ ਦਾ ਯਤਨ ਨਹੀਂ ਕਰਦੇ। ਮੇਰਾ ਬਾਬਾ ਜਪ ਵਿੱਚੋਂ ਮੁਸਕਰਾ ਕੇ ਦੇਖੇਗਾ ਕਿ ਸਿੱਖਾ ਮੈਂ ਤਾਂ ਮਸੀਤ ਵਿੱਚ ਕਿਹਾ ਇੱਕ ਮਨ ਹੋ ਕੇ ਭਗਤੀ ਕਰੋ, ਤੁਸੀਂ ਤਾਂ ਮੈਨੂੰ ਪੜ੍ਹਦੇ ਹੋਏ ਖਿੰਡੇ ਹੋਏ ਹੋ। ਇੱਕ ਮਨ ਹੋ ਕੇ, ਇੱਕ ਮਨ ਤਾਂ ਹੋਵਾਂਗੇ ਜੇ ਅਰਦਾਸ ਕਰੀਏ, ਅੰਦਰ ਗੰਦੇ ਫੁਰਨੇ ਨਾ ਉੱਠਣ। ਸਤਿਗੁਰੂ ਕਹਿੰਦੇ ਨੇ, ਦਾਨ ਮਖਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਏ, ਕੂੜਾ ਲਾਲਚ ਛੱਡੀਏ, ਹੋਏ ਇੱਕ ਮਨ ਇੱਕ ਚਿੱਤ ਹੋ ਕੇ, ਹੋਏ ਇੱਕ ਮਨ ਅਲਖ
ਧਿਆਈਐ। ਅਰਜ਼ ਕਰਾਂਗਾ, ਇੱਕ ਮਨ ਹੋ ਕੇ ਇੱਕ ਵਾਰੀ ਵਾਹਿਗੁਰੂ ਕਹਿ ਦਿਓ ਤੇ ਜ਼ਿੰਦਗੀ ਪਲਟ ਜਾਏਗੀ। ਖਿੰਡੇ ਹੋਏ ਮਨ ਨਾਲ ਅਰਬਾਂ ਵਾਰੀ ਵਾਹਿਗੁਰੂ ਕਹੋ, ਕਈ ਵਾਰੀ ਪੰਧ ਨਹੀਂ ਨਿਬੜਦਾ। ਜਿਵੇਂ ਸਤਿਗੁਰੂ ਨੇ ਦਸ਼ਮੇਸ਼ ਪਿਤਾ ਨੇ ਫਰਮਾਇਆ, ਏਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਂਸ ਕੇ ਬੀਚ ਨਾ ਆਇਓ। ਇੱਕ ਮਨ ਭਗਤੀ ਕਰਨ ਵਾਲਾ ਗੁਰਮੁਖ, ਉਹਦੇ ਕੋਲ ਤਾਂ ਇੰਨੀ ਕੁ ਖਜ਼ਾਨਾ ਇਕੱਠਾ ਹੋ ਜਾਂਦਾ ਹੈ। ਇੱਕ ਮਨ ਭਗਤੀ ਕਰਨ ਵਾਲਿਆਂ ਦੀ ਬਰਕਤ ਰਹਿੰਦੀ ਦੁਨੀਆ ਤੱਕ ਲੋਕ ਖਾਂਦੇ ਨੇ। ਜਿਵੇਂ ਬਾਬਾ ਜੀ ਨੇ ਬਚਨ ਕੀਤਾ, ਜੋ ਤੁਧ ਸੱਚ ਧਿਆਏਂਦੇ ਸੇ ਵਿਰਲੇ ਥੋੜੇ, ਜੋ ਮਨ ਚਿਤ ਇੱਕ ਆਰਾਧ ਦੇ ਤਿਨ ਕੀ ਬਰਕਤ ਖਾਹੇ ਅਸੰਖ ਕਰੋੜੇ। ਜਿਹੜੇ ਇੱਕ ਮਨ ਏੜ ਤੇੜ ਛੱਡ ਕੇ ਇਕਾਗਰ ਹੋ ਕੇ ਭਗਤੀ ਕਰਦੇ ਨੇ, ਉਹਨਾਂ ਦੀ ਬਰਕਤ ਤਾਂ ਰਹਿੰਦੀਆਂ ਪੁਸ਼ਤਾਂ ਤੱਕ, ਆਉਣ ਵਾਲੀਆਂ ਪੀੜ੍ਹੀਆਂ ਖਾਂਦੀਆਂ ਨੇ। ਸਤਿਗੁਰੂ ਨੇ ਦੂਜੀ ਤੁਕ ਕਹੀ, ਕੂੜਾ ਲਾਲਚ ਛੱਡ ਦੇ ਬੰਦਿਆ, ਤੇ ਇੱਕ ਕੰਮ ਕਰੋ ਹੋਏ ਇੱਕ ਮਨ ਅਲਖ ਧਿਆਈਐ। ਅਗਲੀ ਤੁਕ ਧਿਆਨ ਦਿਆ ਜੇ, ਫਲ ਤੇ ਵੇਖੋ ਪਾਈਐ, ਜੇ ਵੇਖੀ ਕਾਰ ਕਮਾਈਐ। ਇਹਦਾ ਅਰਥ ਕਿ ਉਹ ਫਲ ਤੇ ਵੇਖੋ, ਉਹ ਹੀ ਫਲ ਤੈਨੂੰ ਮਿਲਣਗੇ ਜਿਹੋ ਜੀ ਤੂੰ ਕਾਰ ਕਰ ਰਿਹਾ ਹੈ। ਕਾਰ ਦਾ ਅਰਥ ਕੰਮ। ਫਲ ਤੇ ਵੇਖੋ ਪਾਈਐ, ਜੇ ਵੇਖੀ ਕਾਰ ਕਮਾਈਐ। ਜੇ ਵੇਖੀ ਤੂੰ ਕੰਮ ਕਰ ਰਿਹਾ, ਜਿਹੜੇ ਤੂੰ ਕੰਮ ਕਰ ਰਿਹਾ, ਚੇਤੇ ਰੱਖੀ ਫਲ ਵੀ ਤੈਨੂੰ ਉਹ ਕੁਛ ਮਿਲਣਾ ਹੈ। ਇਹ ਬੜੀ ਗੱਲ ਸਪਸ਼ਟ ਹੈ ਜੀ, ਕਿਉਂਕਿ ਗੁਰਬਾਣੀ ਨੇ ਤੇ ਇਹਦੇ ਸੰਬੰਧੀ ਬਹੁਤ ਸਾਰੀ ਬਖਸ਼ਿਸ਼ ਭਰੇ ਪ੍ਰਮਾਣ ਦਿੱਤੇ ਨੇ ਕਿ ਜੇਖਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਜੋ ਕੁਝ ਤੂੰ ਬੀਜਿਆ ਉਹ ਕੁਝ ਤੂੰ ਕੱਟੇਗਾ। ਹੁਣ ਸਾਰੀ ਜ਼ਿੰਦਗੀ ਤੂੰ ਕੰਮ ਤਾਂ ਮਾੜੇ ਕੀਤੇ, ਤੇ ਅੰਤਲੇ ਸਮੇਂ ਕਹੇ ਵੀ ਮੈਨੂੰ ਇਹਦਾ ਫਲ ਬੜਾ ਕੀਮਤੀ ਮਿਲ ਜਾ। ਨਹੀਂ, ਜਿਹੋ ਜਿਹਾ ਤੂੰ ਬੀਜ ਬੀਜਿਆ ਉਹ ਫਲ ਤੂੰ ਕੱਟੇਗਾ। ਮੈਨੂੰ ਯਾਦ ਹੈ, ਮਹਾਨ ਦਰਵੇਸ਼ ਬਾਬਾ ਫਰੀਦ ਸਾਹਿਬ ਨੇ ਆਪਣੀ ਰਚਨਾ 'ਚ ਇਸ ਸੰਬੰਧੀ 2 ਪ੍ਰਮਾਣ ਦਿੱਤੇ ਸਨ। ਕਹਿੰਦੇ ਨੇ, ਦਾਖ ਬੜੀ ਮਿੱਠੀ ਹੈ, ਤੇ ਬਜੂਰ ਦੇ ਇਲਾਕੇ ਦੀਆਂ ਦਾਖਾਂ ਬੜੀਆਂ ਕੀਮਤੀ ਹੋਣਗੀਆਂ। ਬਾਬਾ ਜੀ ਨੇ ਪ੍ਰਮਾਣ ਦਿੱਤਾ। ਕਹਿੰਦੇ ਨੇ, ਉਹ ਜੱਟ, ਉਹ ਜ਼ਿਮੀਦਾਰਾ, ਬੀਜ ਕੇ ਤੂੰ ਧਰਤੀ ਵਿੱਚ ਕਿੱਕਰ ਆਇਆ ਹੈ, ਤੇ ਆਸ ਕਰਨਾ ਇਹਦੇ ਕਿੱਕਰ ਦੀਆਂ ਟਾਹਣੀਆਂ ਨੂੰ ਕੰਡਿਆਂ ਦੀ ਥਾਂ ਤੇ ਦਾਖਾਂ ਲੱਗ ਜਾਣ। ਇਹਨੂੰ ਇਉਂ ਕਹਿ ਲਈਏ, ਬੀਜ ਕੇ ਤੂੰ ਕੰਡੇ ਆਏ ਹੈ, ਤੇ ਆਸ ਕਰਨਾ ਵੀ ਇਹਨੂੰ ਅੰਗੂਰ ਲੱਗ ਜਾਣ। ਜੇ ਕਿੱਕਰ ਦਾ ਬੀਜ ਬੀਜਿਆ ਹੈ ਤੇ ਕੰਡੇ ਚੁਣਨ ਵਾਸਤੇ ਤੈਨੂੰ ਹੀ ਚੁੱਭਣੇ ਨੇ, ਤੇਰੇ ਖੇਤ 'ਚ ਕੰਡੇ ਹੀ ਖਿਲਰਨਗੇ। ਜੇ ਤੂੰ ਕਿਤੇ ਦਾਖਾਂ ਦਾ ਬੀਜ ਬੀਜਿਆ, ਤੇਰੇ ਖੇਤ ਵਿੱਚ ਦਾਖਾਂ ਉੱਗਣਗੀਆਂ। ਜੇ ਤੂੰ ਆਪਣੀ ਜ਼ਿੰਦਗੀ ਵਿੱਚ ਕਰਮ ਹੀ ਕਿੱਕਰ ਦੇ ਬੀਜ ਦੇ ਕੀਤੇ, ਕੰਡਿਆਂ ਵਾਲਾ ਕੰਮ ਤੂੰ ਕੀਤਾ, ਤੇ ਤੂੰ ਕੀ ਆਸ ਕਰਨਾ ਕਿ ਮੈਨੂੰ ਇਹਦੇ ਤੋਂ ਫਲ ਰਸਦਾਇਕ ਮਿਲ ਜਾਣਗੇ। ਬਾਬਾ ਸਾਹਿਬ ਦੇ ਬੋਲ ਨੇ, ਜੇ ਸਾਰੀ ਜ਼ਿੰਦਗੀ ਉੱਨ ਕੱਤੀ, ਸੂਤ ਕੱਤਿਆ, ਤੇ ਮੰਗਣਾ ਮੈਨੂੰ ਰੇਸ਼ਮ ਦੇ ਕੱਪੜੇ ਮਿਲ ਜਾਣ। ਜੋ ਕੱਤਿਆ ਪਾ ਉਹ, ਹੰਢਾ ਉਹ, ਜੋ ਬੀਜਿਆ ਤੇ ਖਾ ਉਹ। ਸੱਚ ਇਹ ਜੇ, ਜਿਹੋ ਜਿਹਾ ਕਰਮ ਅਸੀਂ ਕਰਨੇ ਆ, ਜੇ ਵੇਖੀ ਕਾਰ ਕਮਾਈਏ, ਉਹ ਕੁਝ ਫਲ ਮਿਲਣਾ। ਬਾਬਾ ਸਾਹਿਬ ਦੇ ਬੋਲ ਨੇ, ਕਹਿਣ ਲੱਗੇ, ਲੋੜ ਹੈ ਦਾਖ ਬਜੂਰੀਆਂ, ਕਿੱਕਰ ਬੀਜੈ ਜੱਟ, ਖੰਡੈ ਉੱਨ ਕਤਾਏ ਦਾ, ਪੈਂਦਾ ਲੋੜ ਹੈ ਪੱਟ। ਪਾਨ ਨੂੰ ਤੂੰ ਮੰਗ ਰਿਹਾ ਹੈ ਰੇਸ਼ਮ, ਕੱਤ ਦਾ ਤੂੰ ਪਿਆ ਹੈ ਉੱਨ, ਜਿਹੋ ਜਿਹਾ ਬੀਜਿਆ ਉਹ ਕੁਝ ਖਾ। ਮੇਰੀ ਇੱਥੇ ਬੇਨਤੀ ਹੈ, ਜੇ ਬੰਦਗੀ ਦਾ ਬੀਜ ਬੀਜੋਗੇ ਤੇ ਫਲ ਬੰਦਗੀ ਦਾ ਮਿਲੇਗਾ। ਜੇ ਭਲੇ ਦਾ ਬੀਜ ਬੀਜੋਗੇ, ਸੱਚ ਇਹ ਵੇ ਫਲ ਭਲੇ ਦਾ ਮਿਲੇਗਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਦੇਖ, ਫਲ ਤੇ ਵੇਖੋ ਪਾਈਐ, ਜੇ ਵੇਖੀ ਕਾਰ ਕਮਾਈਐ। ਕਤਿਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ। ਜਦ ਜੱਦਾ ਦੱਦਾ ਦੋਸ਼ ਨਾ ਦਿਉ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਾਣਾ। ਫਲ ਤੇ ਵੇਖੋ ਪਾਈਐ, ਜੇ ਵੇਖੀ ਕਾਰ ਕਮਾਈਐ। ਫਿਰ ਮਹਾਰਾਜ ਉਸੇ ਸ਼ਬਦ ਨੂੰ ਦੁਹਰਾ ਰਹੇ ਨੇ, ਜੇ ਹੋਵੈ ਪੂਰਬ ਲਿਖਿਆ। ਪਿਆਰਿਓ, ਜੇ ਮਸਤਕ ਦੇ ਭਾਗ ਲਿਖੇ ਹੋਣ, ਫਿਰ ਜਿਨ ਸੱਚ ਪੱਲੇ ਹੋਵੇ ਉਹਨਾਂ ਦੀ ਧੂੜ ਤਾਂ ਹੀ ਨਸੀਬ ਹੁੰਦੀ ਏ। ਜੇ ਹੋਵੈ ਪੂਰਬ ਲਿਖਿਆ, ਤਾਂ ਧੂੜ ਤਿੰਨਾਂ ਦੀ ਪਾਈਏ। ਸਤਿਗੁਰੂ ਜੀ ਨੇ ਤਾਂ ਹੀ ਬਾਣੀ ਵਿੱਚ ਬਚਨ ਕੀਤੇ ਕਿ ਸਾਧੂ
ਮੱਜਨ ਧੂੜ ਖੇ ਸਾਈਂ ਥੀਏ ਕਿਰਪਾਲ। ਜੇ ਸਾਈਂ ਕਿਰਪਾਲੂ ਹੋ ਜਾਏ ਤਾਂ ਫਿਰ ਸਾਧੂ ਦੇ ਚਰਨਾਂ ਦੀ ਧੂੜ ਦਾ ਇਸ਼ਨਾਨ ਮਿਲਦਾ ਹੈ। ਸਾਹਿਬ ਕਹਿ ਰਹੇ ਨੇ ਕਿ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿੰਨਾਂ ਦੀ ਪਾਈ ਹੈ, ਉਹਨਾਂ ਦੇ ਚਰਨਾਂ ਦੀ ਧੂੜ ਮਿਲਦੀ ਏ। ਅਖੀਰ ਤੇ ਮੱਤ ਥੋੜੀ ਸੇਵ ਗਵਾਈ ਹੈ। ਕਈ ਵਾਰੀ ਕਈ ਬੰਦੇ ਫਿਜ਼ੀਕਲ ਵਰਕ ਬੜਾ ਕਰਦੇ ਨੇ, ਸੇਵਾ ਬੜੀ ਕਰਦੇ ਨੇ, ਪਰ ਜਦੋਂ ਅਕਲ ਨਾ ਹੋਵੇ, ਮੱਤ ਥੋੜੀ ਹੋਵੇ, ਬੰਦੇ ਦੀ ਸੇਵਾ ਵੀ ਨਿਫਲ ਚਲੀ ਜਾਂਦੀ ਹੈ। ਉਹ ਆਪਣੀ ਸੇਵਾ ਵੀ ਗਵਾ ਬੈਠਦੇ ਨੇ। ਥੋੜੀ ਮੱਤ ਵਾਲੇ ਫਿਜ਼ੀਕਲ ਕੰਮ ਬੜਾ ਕਰਦੇ ਨੇ, ਪਰ ਨਿੰਦਿਆ ਕਰ ਕਰਕੇ ਸੇਵਾ ਵੀ ਗਵਾਚ ਜਾਂਦੀ ਹੈ। ਜਿਵੇਂ ਸਤਿਗੁਰੂ ਨੇ ਬਚਨ ਕੀਤੇ ਤੇ ਫਰਮਾਇਆ ਕਿ ਤੈ ਨਰ ਕਿਆ ਪੁਰਾਨ ਸੁਣ ਕੀਨਾ, ਅੰਨ ਪਾਵਨੀ ਭਗਤ ਨਾ ਉਪਜੀ, ਭੂਖੇ ਦਾਨ ਨਾ ਦੀਨਾ, ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੂਟਿਓ ਦੇਵਾ, ਪਰ ਨਿੰਦਾ ਮੁਖ ਤੇ ਨੀ ਛੂਟੀ, ਨੇਫਲ ਪਈ ਸਭ ਸੇਵਾ, ਮਤ ਥੋੜੀ ਸੇਵ ਗਵਾਈ ਹੈ। ਇਸ ਹਜ਼ੂਰ ਦੀ 10ਵੀਂ ਪੌੜੀ ਨਾਲ ਸ਼ਲੋਕ ਕੂੜ ਦੀ ਪਾਲ ਟੁੱਟ ਜਾਏ, ਸੱਚ ਪੱਲੇ ਵਿੱਚ ਆ ਜਾਏ, ਪ੍ਰਭੂ ਭਗਤੀ ਵਿੱਚ ਲੀਨ, ਉਹਨਾਂ ਦੇ ਚਰਨਾਂ ਦੀ ਖਾਕ ਮਿਲ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ